ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਤਾਰੀਖ ਦੇ ਵਿੱਚ ਇੱਕ ਹੋਰ ਖਾਨਦਾਨ ਬੜਾ ਨਾਮਵਰ ਸੀਗਾ ਜੀ। ਉਹ ਸੀ ਰੜਿਆਲੇ ਵਾਲੇ ਵੜੈਚ ਸਰਦਾਰ ਬਹਾਦਰ, ਸਰਦਾਰ ਮਾਨ ਸਿੰਘ ਰੋੜੇਵਾਲਾ, ਉਹਨਾਂ ਦੇ ਵੱਡੇ ਭਾਈ ਸਰਦਾਰ ਜੋਧ ਸਿੰਘ। ਇਹਨਾਂ ਦੇ ਭੂਆ ਜੀ ਜਿਹੜੇ ਆ ਉਹ ਗੁੱਜਰ ਸਿੰਘ ਭੰਗੀ, ਜਿਹੜੇ ਕਿ ਲਾਹੌਰ ਦੇ ਰਾਜੇ ਸੀਗੇ, ਉਹਨਾਂ ਨਾਲ ਵਿਆਹੇ ਹੋਏ ਸੀਗੇ। ਉਸੇ ਖਾਨਦਾਨ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਮੈਂ ਅੱਜ ਮਿਲਣ ਆਇਆ। ਇਹ ਖਾਨਦਾਨ ਲਹਿੰਦੇ ਪੰਜਾਬ ਵਾਲੇ ਵੀ ਜਾਣਦੇ ਆ, ਜਿਹੜੇ ਹਿਸਟਰੀ ਦੇ ਵਿੱਚ ਇੰਟਰਸਟ ਰੱਖਦੇ ਆ ਉਹ ਵੀ ਜਾਣਦੇ ਆ ਕਿ ਰੜਿਆਲੇ ਅਤੇ ਰਾਜਕੋਟ ਵਾਲੇ ਸਰਦਾਰ ਇਹਨਾਂ ਨੂੰ ਕਿਹਾ ਜਾਂਦਾ ਜੀ। ਵੈਸੇ ਇਸ ਫੈਮਿਲੀ ਦੀਆਂ ਜ਼ਮੀਨਾਂ ਬਹੁਤ ਥਾਂ ਸੀਗੀਆਂ, ਬੜੇ ਜ਼ਿਲ੍ਹਿਆਂ 'ਚ ਸੀਗੀਆਂ, ਸ਼ੇਖੂਪੁਰੇ 'ਚ ਸੀਗੀਆਂ, ਲਾਹੌਰ 'ਚ ਸੀਗੀਆਂ, ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਪ੍ਰਾਪਰਟੀ ਸੀ। ਬਾਅਦ 'ਚ ਲਖਨਊ ਦੇ ਵਿੱਚ ਵੀ ਇਹਨਾਂ ਦੇ 10-12 ਪਿੰਡ ਸੀਗੇ। ਸੋ ਇਹ ਜਿਹੜਾ ਟੱਬਰ ਸੀਗਾ, ਇਹ ਇੱਕ ਨਾਮਵਰ ਟੱਬਰ ਸੀਗਾ ਪੰਜਾਬ ਦੇ ਇਤਿਹਾਸ ਦੇ ਵਿੱਚ। ਬੜੀ ਵੱਡੀ ਗੱਲ ਇਹ ਆ ਕਿ ਮੈਂ ਇਸੇ ਘਰ ਦੇ ਵਿੱਚ ਬਹਿ ਕੇ ਕੋਈ 2 ਸਾਲ ਪਹਿਲਾਂ ਸਰਦਾਰ ਬਹਾਦਰ, ਸਰਦਾਰ ਮਾਨ ਸਿੰਘ ਰੜਿਆਲੇ, ਉਹਨਾਂ ਦੀ ਸਕੀ ਪੋਤਰੀ ਨਾਲ ਇੰਟਰਵਿਊ ਕਰਕੇ ਗਿਆ ਸੀ। ਮਤਲਬ ਇਹ ਗੱਲ ਸੁਣਨ ਵਾਲਿਆਂ ਨੂੰ ਸ਼ਾਇਦ ਬੜੀ ਹੈਰਾਨੀਜਨਕ ਲੱਗੂਗੀ ਕਿ ਸਰਦਾਰ ਮਾਨ ਸਿੰਘ ਰੜਿਆਲੇ ਵਾਲੇ ਉਹ ਸ਼ਖਸ ਸਨ ਜਿਹੜੇ ਜਰਨੈਲ ਰਹੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ। ਅੱਜ ਉਸੇ ਖਾਨਦਾਨ ਦੇ ਵਿੱਚੋਂ ਮੈਂ ਇੱਕ ਹੋਰ ਬੀਬੀ ਜੀ ਨਾਲ ਇੰਟਰਵਿਊ ਕਰਨ ਆਇਆ। ਇਹਨਾਂ ਦਾ ਨਾਂ ਆ ਜੀ ਬੀਬੀ ਜਸਵਿੰਦਰ ਕੌਰ ਜੀ। ਅਤੇ ਇਹਨਾਂ ਦਾ ਜਿਹੜਾ ਵਾਹ ਵਾਸਤਾ ਅਤੇ ਉਸੀ ਪਰਿਵਾਰ ਨਾਲ ਆ, ਜਿਨ੍ਹਾਂ ਨੂੰ ਅਸੀਂ ਵੜੈਚ ਖਾਨਦਾਨ ਕਹਿੰਦੇ ਹਾਂ, ਰੜਿਆਲੇ ਵਾਲੇ ਸਰਦਾਰ ਕਹਿੰਦੇ ਹਾਂ। ਪਰ ਇੱਕ ਪਰਿਵਾਰ, ਇੱਕ ਸ਼ਾਖਾ ਇਹਨਾਂ ਦੀ ਰਾਜਕੋਟ ਜਿਹੜਾ ਕਿ ਗੁਜਰਾਂਵਾਲੇ ਦੇ ਜ਼ਿਆਦਾ ਨੇੜੇ ਸੀਗਾ, ਉੱਥੇ ਇਹਨਾਂ ਨੇ ਆਪਣੇ ਘਰ ਮਹਿਲ ਵਗੈਰਾ ਬਣਾ ਲਏ ਸੀ, ਬਾਗ ਲਗਾ ਲਏ ਸੀ। ਸੋ ਬੀਤੇ ਹੋਏ ਇਤਿਹਾਸ ਦੇ ਪੰਨਿਆਂ ਨੂੰ ਫਰੋਲਣ ਜਾ ਰਿਹਾ ਜੀ। ਮੈਂ ਕੁਝ ਇਕੱਠਾ ਕਰਨ ਜਾ ਰਿਹਾ ਇਸ ਖਾਹਿਸ਼ ਨਾਲ ਕਿ ਜੋ ਹੋਇਆ ਬੀਤਿਆ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਆਵੇ। ਇਸ ਇੰਟਰਵਿਊ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਮੈਂ ਕੁਝ ਸਾਲ ਪਹਿਲਾਂ ਡਸਕੇ ਦੇ ਇੱਕ ਸ਼ਾਹੀ ਖਾਨਦਾਨ, ਚੌਧਰੀ ਖਾਨਦਾਨ ਦੇ ਵਿੱਚੋਂ ਚੌਧਰੀ ਸ਼ਕਰੁੱਲਾ ਖਾਂ ਸ਼ਾਹੀ ਦੇ ਪੋਤਰਾ ਜੀ ਚੌਧਰੀ ਬਾਬਰ ਨਸਰੁੱਲਾ ਖਾਂ ਸ਼ਾਹੀ ਜੀ ਨਾਲ ਮੈਂ ਇੰਟਰਵਿਊ ਕੀਤੀ ਸੀ। ਲੰਮੀ ਇੰਟਰਵਿਊ ਸੀ, ਉਹਦੀਆਂ ਕੋਈ 7-8 ਕਿਸ਼ਤਾਂ ਮੇਰੇ ਚੈਨਲ 47 ਨਾਮਾਂ 'ਤੇ ਆਈਆਂ। ਜਿਸ ਖਾਨਦਾਨ ਦਾ ਜ਼ਿਕਰ ਉਹਨਾਂ ਨੇ ਸਭ ਤੋਂ ਵੱਧ ਕੀਤਾ ਉਹ ਰੜਿਆਲੇ ਵਾਲੇ ਸਰਦਾਰ ਸੀਗੇ, ਵੜੈਚ ਸਰਦਾਰ। ਜਦੋਂ ਉਹ ਇੰਟਰਵਿਊ ਪਬਲਿਸ਼ ਹੋਈ, ਫਿਰ ਇੱਕ ਦੂਜੇ ਨਾਲ ਇਹਨਾਂ ਦਾ ਰਾਬਤਾ ਵੀ ਹੋਇਆ। ਅਤੇ ਜਦੋਂ ਰਾਬਤਾ ਹੋਇਆ ਫਿਰ ਪਤਾ ਲੱਗਿਆ ਵੀ ਇਸ ਖਾਨਦਾਨ ਦੇ ਵਿੱਚੋਂ ਕੁਝ ਗਵਾਹ ਪਰਮਾਤਮਾ ਦੀ ਕਿਰਪਾ ਨਾਲ ਕਾਇਮ ਨੇ, ਜਿਹੜੇ ਉਹ ਬੀਤੇ ਸਮੇਂ ਦੀ ਕਹਾਣੀ ਪਾ ਸਕਦੇ ਨੇ। ਸੋ ਉਸੇ ਕੋਸ਼ਿਸ਼ ਨਾਲ, ਉਸੇ ਚਾਹਤ ਨਾਲ ਮੈਂ ਅੱਜ ਆਇਆ, ਕਿਉਂਕਿ ਉਹ ਖਾਨਦਾਨ ਆ ਜੀ ਜਿਨ੍ਹਾਂ ਦਾ ਜਿਹੜਾ ਵਾਹ ਵਾਸਤਾ ਆ ਹਰਿਮੰਦਰ ਸਾਹਿਬ ਨਾਲ ਵੀ ਬਹੁਤ ਡੂੰਘਾ ਰਿਹਾ। ਸਰਦਾਰ ਜੋਧ ਸਿੰਘ ਹੋਣ ਜਾਂ ਸਰਦਾਰ ਮਾਨ ਸਿੰਘ ਜੀ ਹੋਣ, ਉਹ ਬਕਾਇਦਾ ਹਰਿਮੰਦਰ ਸਾਹਿਬ ਨਾਲ ਜੁੜੇ ਰਹੇ। ਇਹ ਸਾਰੀ ਗੱਲਬਾਤ ਕਰਨ ਲਈ ਮੈਂ ਹੁਣ ਗੱਲਬਾਤ ਕਰਨ ਜਾ ਰਿਹਾ ਬੀਬੀ ਜਸਵਿੰਦਰ ਕੌਰ ਜੀ ਨਾਲ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਬੀਬੀ ਜੀ, ਤੁਹਾਡਾ ਪਿੰਡ ਤੇ ਜੱਦੀ ਰੜਿਆਲਾ ਹੀ ਸੀਗਾ ਜੀ? ਹਾਂਜੀ, ਸਾਡਾ ਜੱਦੀ ਪਿੰਡ ਜਿਹੜਾ ਸੀ ਉਹ ਰੜਿਆਲਾ ਸੀ, ਪਰ ਅਸੀਂ ਹਮੇਸ਼ਾ ਜਾ ਕੇ ਰਹੇ ਰਾਜਕੋਟ ਹੀ ਹਾਂ, ਕਿਉਂਕਿ ਸਾਡੇ ਮਤਲਬ ਤਾਇਆ ਜੀ ਔਰ ਪਾਪਾ ਜੀ ਨੇ ਹੀ ਆਪਣਾ ਵੱਖਰਾ ਪਿੰਡ ਬੰਨ੍ਹ ਲਿਆ ਸੀਗਾ ਜੀ। ਉਹ ਧੁਲਿਆਂ ਦੇ ਜ਼ਮੀਨ ਔਰ ਰੜਿਆਲੇ ਵਗੈਰਾ ਦੀ ਜਿਹੜੀ ਸਾਡੀ ਜ਼ਮੀਨ ਨਾਲ ਕੋਟਲੀ ਜੋਧ ਸਿੰਘ ਵਿੱਚ ਵੀ ਸੀ, ਅਤੇ ਉਹ ਇਕੱਠੀ ਕਰਕੇ ਅਤੇ ਉੱਥੇ ਆਪਣਾ ਪਿੰਡ ਬੰਨ੍ਹਿਆ ਸੀਗਾ। ਜਿੱਥੇ ਕੋਠੀ ਪਹਿਲੀ ਜਿਹੜੀ ਬਣਾਈ ਉਹ ਸ਼ਾਇਦ ਇਹ 22 ਵਿੱਚ ਮੈਂ ਕਿਹਾ 22-23 'ਚ ਬਣੀ ਹੋਣੀ ਹੈ। ਫਿਰ ਉਹਨੂੰ ਹੋਰ ਫਿਰ 2-3 ਸਾਲ ਬਾਅਦ ਫਿਰ ਹੋਰ ਕੀਤਾ ਰੈਨੋਵੇਟ। ਪਰ ਜਿਹੜੀ ਕੋਠੀ ਅਸੀਂ ਬਾਅਦ ਵਿੱਚ ਜਿਹੜੀ ਛੱਡ ਕੇ ਆਏ ਹਾਂ, ਉਹ ਦੋਵੇਂ ਕੋਠੀਆਂ ਸਾਡੀਆਂ ਉੱਥੇ ਨੇ, ਅਤੇ ਉਹ ਕੋਠੀ ਜਿਹੜੀ ਹੈ ਉਹ 42 ਦੇ ਵਿੱਚ
ਮਤਲਬ ਇਹ 41 'ਚ ਸ਼ੁਰੂ ਹੋਈ ਸੀ, 42 'ਚ ਉਹ ਕੰਪਲੀਟ ਹੋਈ ਸੀ। ਅਤੇ 42 ਵਿੱਚ ਹੀ ਮੇਰੇ ਫਾਦਰ ਸਰਦਾਰ ਬਹਾਦਰ ਸਰਦਾਰ ਹਰਬੰਸ ਸਿੰਘ ਉਹ ਇੰਡੀਅਨ ਪੁਲਿਸ ਦੇ ਵਿੱਚ ਆਪਣਾ ਸੁਪਰਿੰਟੈਂਡੈਂਟ ਪੁਲਿਸ ਸੀਗੇ। ਔਰ ਉਹਨਾਂ ਨੇ ਇੱਥੇ ਮਤਲਬ ਇਹ ਵੀ ਆ ਕੇ 42 ਦੇ ਵਿੱਚ ਮਤਲਬ ਰਹਿਣਾ ਸ਼ੁਰੂ ਕੀਤਾ, ਜਦੋਂ ਕਿ ਉਹ ਕੁਝ ਬਿਮਾਰ ਸਨ। ਉਹਨਾਂ ਨੂੰ ਗੈਂਠੀਏ ਦੀ ਬਿਮਾਰੀ ਹੋ ਗਈ ਸੀ, ਜਿਹਦੇ ਕਰਕੇ ਉਹ ਤਕਲੀਫ ਮਹਿਸੂਸ ਕਰਦੇ ਸੀਗੇ। ਵੈਸੇ ਤਾਂ ਫੈਮਿਲੀ ਦੇ ਜਿਹੋ ਜਿਹੀ ਸੀਗੀ ਕਿ ਸਾਰਾ ਵਕਤ ਇਹਨਾਂ ਦੇ ਸ਼ੌਕ ਜਿਹੜੇ ਸੀਗੇ ਘੋੜਿਆਂ ਦੇ ਅਤੇ ਕੁੱਤਿਆਂ ਦੇ ਅਤੇ ਕਾਰਾਂ ਦੇ ਅਤੇ ਹਰ ਤਰ੍ਹਾਂ ਦੇ ਇਹੋ ਜਿਹੇ ਸ਼ੌਕ ਸੀਗੇ। ਅਤੇ ਫਿਰ ਮੇਰੇ ਫਾਦਰ ਨੂੰ ਤਾਂ ਬਿਗ ਗੇਮ ਦਾ ਸ਼ੌਕ ਸੀਗਾ ਔਰ ਬਹੁਤ ਸਾਰੇ ਜਾਨਵਰਾਂ ਦੀਆਂ ਜਿਹੜੀਆਂ ਖੱਲਾਂ ਦੇ ਫਰਸ਼ ਵੀ ਬਣੇ ਹੋਇਆ ਸੀ। ਪਰ ਜਿਹੜੇ ਸ਼ੇਰ ਉਹਨਾਂ ਨੇ ਮਾਰੇ ਸੀਗੇ, ਉਹਨਾਂ ਦੀਆਂ ਸਾਡੀ ਗੈਲਰੀ ਦੇ ਵਿੱਚ, ਜਿਹੜੀ ਨਵੀਂ ਕੋਠੀ ਦੀ ਗੈਲਰੀ ਸੀ ਉਹਦੇ ਵਿੱਚ, ਅਤੇ ਨਵੀਂ ਕੋਠੀ ਦੇ ਡਰਾਇੰਗ ਰੂਮ ਦੇ ਵਿੱਚ ਇੱਕ ਵੱਡੀ ਖੱਲ ਸੀਗੀ ਅਤੇ ਬਾਕੀ ਉਹਦੇ 'ਚ ਗੈਲਰੀ 'ਚ ਲੱਗੀਆਂ ਹੋਈਆਂ ਸੀਗੀਆਂ। ਅਤੇ ਉਹ ਮਤਲਬ ਇਹ ਵੀ ਉੱਥੇ ਜਦੋਂ ਅਸੀਂ ਆਏ ਹਾਂ ਰਾਜਕੋਟ ਜ਼ਿਆਦਾ ਰਹੇ, ਕਿਉਂਕਿ ਪਾਪਾ ਜੀ ਫਿਰ ਕਿਤੇ ਜ਼ਿਆਦਾ ਮੂਵ ਨਹੀਂ ਕਰ ਸਕਦੇ ਸਨ ਉਹਨਾਂ ਦੀ ਤਕਲੀਫ ਕਰਕੇ। ਪਰ ਰਾਜਕੋਟ ਦੀ ਕੋਠੀ ਨੂੰ ਉਹਨਾਂ ਨੇ ਜਿੱਥੋਂ ਤੱਕ ਹੋ ਸਕਿਆ ਉਹਨੂੰ ਸਜਾਉਣ ਦੀ ਸਭ ਕੋਸ਼ਿਸ਼ ਕੀਤੀ। ਸੋਹਣਾ ਬਾਗ ਬਗੀਚਾ ਸੀ, ਜਿਹੜਾ ਕੋਠੀ ਦੀ ਪੋਰਚ ਦੇ ਸਾਹਮਣੇ ਲੌਨ ਸੀਗਾ, ਉਹ ਵੀ ਡਬਲ ਸੀਗਾ। ਅੰਦਰ ਲੌਨ ਸੀ, ਉਹਦੇ ਬਾਹਰ ਫਿਰ ਹੈਜ ਤੋਂ, ਛੋਟੀ ਹੈਜ ਤੋਂ ਬਾਅਦ ਫਿਰ ਬਹੁਤ ਕਿਆਰੀਆਂ ਅਤੇ ਫੁੱਲਾਂ ਦੀਆਂ ਹਰ ਤਰ੍ਹਾਂ ਦੇ ਬਹੁਤ ਸ਼ੌਕ ਸੀਗਾ। ਅਤੇ ਉਹ ਸਾਰਾ ਮਤਲਬ ਉੱਥੇ ਉਹਨਾਂ ਨੇ ਕੋਠੀ ਦੇ ਵਿੱਚ ਵੀ ਜਿਹੜਾ ਮਾਰਬਲ ਵਗੈਰਾ ਲੱਗਿਆ ਸੀਗਾ ਉਹ ਲਾਹੌਰ ਦੇ ਸੀਗੇ, ਧਿਆਨ ਚੰਦ ਪੱਥਰਾਂ ਵਾਲੇ। ਅੱਛਾ ਜੀ। ਉਹਨਾਂ ਨੇ ਮਤਲਬ ਉੱਥੇ ਮਾਰਬਲ ਲਾਇਆ ਸੀ। ਔਰ ਮੈਨੂੰ ਯਾਦ, ਮੈਂ ਛੋਟੇ ਹੁੰਦਿਆਂ ਹੀ, ਕਿ ਕਈ ਵਾਰੀ ਕੋਈ ਨਾ ਕੋਈ ਆ ਜਾਂਦਾ ਸੀ ਲਾਹੌਰ ਤੋਂ ਕਿ ਜੀ ਮਤਲਬ ਅਸੀਂ ਉਹ ਦੇਖਣ ਆਏ ਹਾਂ ਕਿ ਉਹਨਾਂ ਨੇ ਭੇਜਿਆ ਕਿ ਅਸੀਂ ਉੱਥੇ ਕੰਮ ਕੀਤਾ ਹੋਇਆ, ਉੱਥੇ ਜਾ ਕੇ ਤੁਸੀਂ ਸਾਡਾ ਦੇਖੋ। ਅਤੇ ਕਿਸ ਤਰ੍ਹਾਂ ਮਾਰਬਲ ਦਾ ਕੰਮ ਤਾਂ ਜ਼ਿਆਦਾ ਜਿਹੜਾ ਸੀ ਕਿ ਸਾਰਾ ਬਰਾਂਡਿਆਂ ਵਿੱਚ ਸੀਗਾ, ਅਤੇ ਬਾਕੀ ਚਿਪਸ ਦੇ ਫਰਸ਼ ਲੱਗੇ ਹੋਏ ਸੀ ਕਲਰ, ਉਹ ਵੀ ਚਿਪਸ ਵੀ ਬਹੁਤ ਹੀ ਵਧੀਆ। ਔਰ ਬਹੁਤ ਵੱਡਾ ਕਮਰਾ ਸੀਗਾ ਡਾਈਨਿੰਗ ਡਰਾਇੰਗ ਰੂਮ ਦਾ, ਜਿਹਦੇ ਵਿੱਚ ਜਿਹੜਾ ਸਕਰੀਨ ਸੀਗਾ ਉਹਦੇ ਮਤਲਬ ਜਿਹੜਾ ਉਹਦੇ ਵਿੱਚ ਕੱਪੜਾ ਲੱਗਿਆ ਸੀਗਾ, ਉਹਦੇ 'ਤੇ ਉਸੇ ਚਿਪਸ ਦੇ ਫਰਸ਼ ਦੇ ਰੰਗ ਦੇ ਪਰਦੇ ਅਤੇ ਉਹਨਾਂ ਵਿੱਚ ਉਸੇ ਤਰ੍ਹਾਂ ਦਾ ਡਿਜ਼ਾਇਨ ਕਰਵਾ ਕੇ ਸਪੈਸ਼ਲ ਉਹ ਬਣਵਾਏ ਉਸ ਤਰ੍ਹਾਂ। ਹਾਂਜੀ, ਉਹ ਤਾਂ ਗੁਜਰਾਂਵਾਲਾ ਤਾਂ ਵੈਸੇ ਇਹ ਪ੍ਰਿੰਟਿੰਗ ਵਾਸਤੇ ਵੀ ਬੜਾ ਮਸ਼ਹੂਰ ਸੀਗਾ। ਜੀ। ਉਹ ਮਤਲਬ ਇਹ ਵੀ ਉਸ ਤਰ੍ਹਾਂ ਦਾ ਸੀਗਾ। ਔਰ ਐਡਾ ਵੱਡਾ ਉਹ ਲੰਬਾ ਕਮਰਾ ਬਣਾਉਣ ਦਾ ਇਹ ਹੋਇਆ ਵੀ ਅਸੀਂ ਮਡਿਆਲੇ ਕਿਸੇ ਵਿਆਹ 'ਤੇ ਗਏ ਹੋਏ ਸੀ, ਅਤੇ ਉੱਥੇ ਇੰਨੀ ਬਾਰਿਸ਼ ਪਈ ਉਦੋਂ ਕਿ ਮਤਲਬ ਇਹ ਵੀ ਸਾਰੇ ਬਰਾਤੀਆਂ ਨੂੰ ਕਿਸੇ ਪਾਸੇ ਸਾਰਿਆਂ ਨੂੰ ਇਕੱਠਾ ਖਾਣਾ ਖਵਾਉਣ ਦੀ ਜਗ੍ਹਾ ਨਾ ਮੀਂਹ ਪੈ ਗਿਆ, ਕੋਈ ਕੁਝ ਕੀਤੇ ਕੋਈ ਕੀਤੇ। ਅਤੇ ਪਾਪਾ ਜੀ ਕਹਿਣ ਲੱਗੇ ਵੀ ਨਵੀਂ ਕੋਠੀ ਦੇ ਵਿੱਚ ਮੈਂ ਐਡਾ ਵੱਡਾ ਕਮਰਾ ਕਰਨਾ ਹੈਗਾ ਕਿ ਜੇ ਮੀਂਹ ਪੈ ਕੁਝ ਪਏ ਪਰ ਸਾਰਿਆਂ ਨੂੰ ਅਸੀਂ ਇੱਕ ਥਾਂ ਦੇ ਉੱਤੇ ਬਿਠਾ ਸਕੀਏ। ਸੋ ਇਸ ਤਰ੍ਹਾਂ ਸੀਗਾ। ਫਿਰ ਆਫਟਰ ਰਿਟਾਇਰਮੈਂਟ ਉਂਝ ਤਾਂ ਜ਼ਿਆਦਾ ਘੁੰਮ ਫਿਰ ਨਹੀਂ ਸੀ ਸਕਦੇ, ਪਰ ਅਸੀਂ ਕਸ਼ਮੀਰ ਚਲੇ ਜਾਂਦੇ ਹੁੰਦੇ ਸੀਗੇ। ਅਤੇ ਉੱਥੇ ਕਸ਼ਮੀਰ ਜਾਣ ਵਾਸਤੇ ਜਿੱਦਣ ਸਾਨੂੰ ਸਕੂਲ ਤੋਂ ਛੁੱਟੀਆਂ ਹੁੰਦੀਆਂ ਸੀਗੀਆਂ, ਉਸੇ ਦਿਨ ਤੋਂ ਹੀ ਮਤਲਬ ਇਹ ਵੀ ਤਿਆਰੀ ਪੂਰੀ ਹੁੰਦੀ ਸੀਗੀ। ਸਾਨੂੰ ਕਾਰ 'ਚ ਬਿਠਾਉਣਾ ਅਤੇ ਚੱਲ ਪੈਣਾ। ਉੱਥੇ ਬੁਕਿੰਗ ਅੱਗੇ ਕੀਤੀ ਹੁੰਦੀ ਸੀ। ਪਹਿਲਾਂ ਹਾਊਸ ਬੋਟ ਦੀ ਵੀ ਸੀਜ਼ਨ ਦੀ ਬੁਕਿੰਗ ਸੀਗੀ, ਫਿਰ ਇੱਕ ਦਫਾ ਰਾਮ ਬਾਗ ਵਿੱਚ, ਇੱਕ ਦਫਾ ਦੂਜੇ ਰਾਜ ਬਾਗ ਦੇ ਵਿੱਚ,
ਇਹ ਮਤਲਬ ਉੱਥੇ ਸੀਜ਼ਨ 'ਤੇ ਕੋਠੀਆਂ ਕਿਰਾਏ 'ਤੇ ਮਿਲ ਜਾਂਦੀਆਂ ਸੀਗੀਆਂ। ਅਤੇ ਉਹਦੇ 'ਚ ਭਾਵੇਂ ਤੁਸੀਂ ਮਹੀਨਾ ਰਹੋ ਅਤੇ ਭਾਵੇਂ 6 ਮਹੀਨੇ ਰਹੋ, ਬਈ ਤੁਸੀਂ ਸੀਜ਼ਨ ਦਾ ਹੁੰਦਾ ਸੀਗਾ। ਸੋ ਉੱਥੇ ਜਾਂਦੇ ਰਹੇ ਅਤੇ ਉਹ ਵੀ ਸ੍ਰੀਨਗਰ ਜਿਹੜਾ ਜਾਣ ਦਾ ਸੀਗਾ, ਉਹਦੇ ਵਿੱਚ ਵੀ ਅਸੀਂ ਮਤਲਬ ਸ਼ਿਕਾਰੇ ਵਿੱਚ ਬੈਠ ਕੇ ਅਤੇ ਹੋਰ ਸਾਰਾ ਮਤਲਬ ਜਿਹੜੇ ਉੱਥੋਂ ਦੇ ਬਗੀਚੇ ਅਤੇ ਹੋਰ ਚੀਜ਼ਾਂ ਦੇਖਣ ਵਾਲੀਆਂ ਸੀ ਉਹ ਘੁੰਮਦੇ ਰਹੇ ਸਾਰਾ ਕੁਛ। ਅਤੇ ਉਸ ਵਾਸਤੇ ਕਿਉਂਕਿ ਪਾਪਾ ਜੀ ਨੂੰ ਟੁਰਨਾ ਵਗੈਰਾ ਨਹੀਂ ਸੀ ਪੈਂਦਾ, ਉਹ ਵੀ ਉਹਨਾਂ ਨੇ ਵੀ ਬਹੁਤ ਇੰਜੋਏ ਕੀਤਾ ਉੱਥੋਂ ਦਾ। ਅਤੇ ਬਾਕੀ ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਅਸੀਂ ਮਤਲਬ ਉੱਥੇ ਸੀਗੇ ਮਤਲਬ ਇਹਦੇ 'ਚ ਕਸ਼ਮੀਰ ਵਿੱਚ, ਅਤੇ ਕਸ਼ਮੀਰ ਜਾਣ ਵਾਸਤੇ ਇੱਕ ਵਾਰੀ ਅਸੀਂ ਜਾਂਦੇ ਹੁੰਦੇ ਸੀਗੇ ਇੱਧਰੋਂ ਜੰਮੂ ਵੱਲੋਂ ਜੀ ਹੈਂ, ਅਤੇ ਪਠਾਨਕੋਟ ਤੋਂ ਆਪਣੇ ਇੰਡੀਆ ਵਾਲੀ ਸਾਈਡ ਤੋਂ, ਪਰ ਕਿਉਂਕਿ ਉਹ ਰਹਿੰਦੇ ਉੱਧਰ ਸੀਗੇ ਅਤੇ ਇੱਕ ਵਾਰੀ ਜਾਂਦੇ ਹੁੰਦੇ ਸੀਗੇ ਅਸੀਂ ਕੋਮਰੀ ਵੱਲੋਂ। ਅੱਛਾ ਜੀ। ਅਤੇ ਮਤਲਬ ਵੀ ਰਿਟਾਇਰਮੈਂਟ ਤੋਂ ਬਾਅਦ ਜਿਹੜੇ ਹਰ ਸਾਲ ਅਸੀਂ ਜਾਂਦੇ ਰਹੇ, ਜਿਹੜੇ 4-5 ਸਾਲ, ਉਹ ਇਸ ਤਰ੍ਹਾਂ ਹੀ ਸੋਹਣਾ ਟਾਈਮ ਆਪਣੀ ਕਾਰ ਜਾਣਾ, ਆਪਣਾ ਉੱਥੇ ਰਹਿਣਾ ਅੱਛਾ, ਔਰ ਦੋਸਤ ਮਿੱਤਰ ਵੀ ਜਿਹੜੇ ਉਹਨਾਂ ਦੇ ਸੀਗੇ ਉਹ ਵੀ ਉੱਥੇ ਮਿਲਣ ਆਉਂਦੇ ਸਾਰੇ। ਸੋ ਇਹ ਬਹੁਤ ਸੀਗਾ। ਫਿਰ ਮੇਰੇ ਵੱਡੀ ਮਾਂ 'ਚੋਂ ਭਰਾ ਸੀਗੇ ਬ੍ਰਿਗੇਡੀਅਰ ਭੁਪਿੰਦਰ ਸਿੰਘ ਜੀ। ਉਹ ਭਾਜੀ ਨੇ ਜਦੋਂ ਉੱਥੇ ਨਾ ਕਈ ਵਾਰੀ, ਇੱਕ ਵਾਰੀ ਮੈਨੂੰ ਯਾਦ ਹੈ ਕਿ ਉਹ ਕਾਰ ਲੈ ਕੇ ਆ ਰਹੇ ਸੀਗੇ ਅਤੇ ਰਸਤਾ ਜਿਹੜਾ ਬੰਦ ਸੀਗਾ, ਅਤੇ ਫਿਰ ਜਦੋਂ ਉਹ ਕਾਰ ਵੇਖੀ ਸਿਪਾਹੀ ਨੇ ਅਤੇ ਉਹਨੇ ਹੱਥ ਦੇ ਦਿੱਤਾ ਵੀ ਤੁਸੀਂ ਲੰਘ ਜਾਓ। ਅਤੇ ਉਹ ਆ ਕੇ ਬੜਾ ਹੱਸੇ, ਕਹਿੰਦੇ ਉਹਨੂੰ ਇਹ ਭੁਲੇਖਾ ਲੱਗ ਰਿਹਾ ਹੋਣਾ ਵੀ ਮਹਾਰਾਜਾ ਪਟਿਆਲਾ ਜਾ ਰਿਹਾ। ਇਹੋ ਜਿਹਾ ਵਕਤ ਸੀਗਾ। ਹਾਂਜੀ, ਇੱਕ ਨਾ ਤੁਸੀਂ ਮੜਿਆਲੇ ਦਾ ਜ਼ਿਕਰ ਕੀਤਾ। ਹਾਂਜੀ। ਅਤੇ ਜਿੱਦਾਂ ਮੜਿਆਲੇ ਵਾਲੇ ਸਰਦਾਰ ਸੀਗੇ, ਤੁਸੀਂ ਵੱਡਾ ਤੁਹਾਡਾ ਨਾਮ ਸੀ ਉਦੋਂ, ਅਤੇ ਹੋਰ ਕੁਝ ਖਾਨਦਾਨ ਸੀ ਉਸ ਵੇਲੇ, ਵੱਡੇ ਖਾਨਦਾਨ, ਤੁਹਾਡੀ ਕਿਹਨਾਂ ਨਾਲ ਸਾਂਝ ਜਾਂ ਰਿਸ਼ਤੇਦਾਰੀ ਸੀਗੀ? ਮੜਿਆਲਾ ਤੇ ਅਸਲ 'ਚ ਬਾਹਰਲੇ ਨਹੀਂ, ਉਹ ਤਾਂ ਸਾਡੇ ਆਪਣੇ ਹੀ ਸੀਗੇ। ਤੁਹਾਡੇ ਆਪਣੀ, ਉਹ ਬੜਾਚੀ ਸੀਗੇ। ਆਪਣੀ ਫੈਮਿਲੀ ਸੀਗੀ, ਜਿਹੜੀ ਕਿ ਮਤਲਬ ਇਹ ਵੀ ਇੱਕ ਭਰਾ ਮੜਿਆਲੇ ਪਹਿਲਾਂ ਸੀਗੇ ਜੀ, ਅਤੇ ਉਹਨਾਂ ਨੇ ਫਿਰ ਦੂਸਰਾ ਭਰਾ ਨੇ ਰਾਜਕੋਟ ਆਪਣਾ ਰਡਿਆਲੇ ਕੀਤਾ ਜੀ, ਔਰ ਰਡਿਆਲੇ ਕਿਲ੍ਹਾ ਬਣਾਇਆ ਸਰਦਾਰ ਮਾਨ ਸਿੰਘ ਹੋਣਾ ਨੇ, ਜਿਹੜੇ ਮੇਰੇ ਗ੍ਰੇਟ ਗ੍ਰੈਂਡਫਾਦਰ ਸੀਗੇ ਜੀ। ਉਹਨਾਂ ਦੀਆਂ ਤੇ ਯਾਦਾਂ ਜਿਹੜੀਆਂ ਨੇ ਉਹ ਉਸ ਇਲਾਕੇ ਦੇ ਸਾਰੇ ਲੋਕਾਂ ਨੂੰ ਅਜੇ ਤੱਕ ਵੀ ਹੈ ਜੀ। ਅਤੇ ਉਹ ਯਾਦ ਕਰਦੇ ਨੇ ਕਿ ਕਈ ਚੀਜ਼ਾਂ ਦੀਆਂ ਉਹ ਇਸ ਤਰ੍ਹਾਂ ਮਿਸਾਲਾਂ ਦਿੰਦੇ ਨੇ ਕਿ ਹਾਂ ਇਹ ਸਰਦਾਰਾਂ ਦੇ ਵਕਤ ਦੀ ਇਹ ਗੱਲ ਹੈ ਜੀ। ਅਤੇ ਉਹਦੇ ਵਿੱਚ ਮਤਲਬ ਇਹ ਵੀ ਰਡਿਆਲੇ ਅਸੀਂ ਕਾਫੀ ਮਤਲਬ ਜਾਂਦੇ ਹੁੰਦੇ ਸੀ ਮਿਲਣ ਵਾਸਤੇ। ਬਾਕੀ ਬਰਾਦਰੀ ਉੱਥੇ ਸੀਗੀ, ਮਡਿਆਲੇ ਵੀ ਜਾਂਦੇ ਸੀਗੇ, ਵਿਆਹ ਸ਼ਾਦੀਆਂ ਵਿੱਚ ਵੀ ਜਾਂਦੇ ਸੀਗੇ ਉੱਥੇ। ਬਾਕੀ ਕੁਛ ਬੱਚੇ ਸਾਡੇ ਹਾਣ ਦੇ ਵੀ ਸੀਗੇ, ਸਰਦਾਰ ਨਰੈਣ ਸਿੰਘ ਮਡਿਆਲੇ ਵਾਲਿਆਂ ਦੀਆਂ ਲੜਕੀਆਂ ਵੱਡੀਆਂ ਵੀ ਸਨ, ਪਰ ਫਿਰ ਇੱਕ ਮੇਰੇ ਹਾਣ ਦੀ ਸੀ ਹਰਿੰਦਰ, ਇੱਕ ਛੋਟੀ ਸੀ ਪਰਮਿੰਦਰ। ਸੋ ਮਤਲਬ ਇਹ ਵੀ ਉਹਨਾਂ ਫੈਮਲੀਜ਼ ਨਾਲ ਵੀ ਸਾਡਾ ਬਹੁਤ ਕਲੋਜ਼ ਕਾਂਟੈਕਟ ਸੀ। ਔਰ ਰਡਿਆਲਾ ਹੋਇਆ, ਮਡਿਆਲਾ ਹੋਇਆ ਜਾਂ ਰਾਜਕੋਟ ਹੋਇਆ, ਇਹੀ ਨਹੀਂ, ਉੱਥੇ ਕੋਟਲੀ ਜੋਧ ਸਿੰਘ ਜੀ ਰਡਿਆਲੇ ਤੋਂ ਰਾਜਕੋਟ ਆਉਂਦਿਆਂ ਪਹਿਲਾਂ ਫਿਰ ਕੋਟਲੀ ਜੋਧ ਸਿੰਘ ਵੀ ਆ ਜਾਂਦੀ ਸੀਗੀ। ਅਤੇ ਕੋਟਲੀ ਜੋਧ ਸਿੰਘ ਵੀ ਜਿਹੜੇ ਉਹ ਵੀ ਸਾਡੇ ਆਪਣੇ ਹੀ ਸੀਗੇ, ਸਾਡੇ ਚਾਚੇ ਵਗੈਰਾ ਉੱਥੇ ਸੀਗੇ ਜੀ। ਅਤੇ ਇਸ ਤਰ੍ਹਾਂ ਇਹੀ ਫੈਮਿਲੀ ਜਿਹੜੀ ਸੀ, ਇਹਦਾ ਇੰਨਾ ਵਿਕਾਸ ਸੀਗਾ ਆਪਣਾ ਚੰਗਾ, ਸਾਰਿਆਂ ਦਾ ਰਹਿਣ ਸਹਿਣ ਬਹੁਤ ਅੱਛਾ ਸੀਗਾ। ਰਾਜਕੋਟ ਦੇ ਤਾਂ ਚਾਰ ਚੁਫੇਰੇ ਬਾਗ ਹੀ ਬਾਗ ਸਨ, ਕਿਉਂਕਿ ਕਿਸੇ ਪਾਸੇ ਰਡਿਆਲੇ ਵਾਲਿਆਂ ਦੇ ਆ ਜਾਂਦੇ ਸੀ, ਸਾਡੇ ਆਪਣੇ ਬਹੁਤ ਸੀ। ਤਾਇਆ ਜੀ ਦਾ ਤਾਂ ਬਾਗ ਜਿਹੜਾ ਸੀ ਉਹ 25 ਏਕੜ ਦੇ ਵਿੱਚ ਮਾਲਟੇ ਲੱਗੇ ਹੋਏ ਸੀ, ਜਿਹੜੇ ਕਿ ਗੁਜਰਾਂਵਾਲਾ ਮਸ਼ਹੂਰ ਸੀ ਰੈੱਡ ਬਲੱਡ ਮਾਲਟਿਆਂ ਵਾਸਤੇ ਜੀ। ਮਾਲਟੇ ਤਾਂ ਮੈਂ ਇੱਥੇ ਵੀ
ਇੱਕ ਦਫਾ ਕਿਸ ਮਤਲਬ ਇਹ ਵੀ ਇਸ ਤਰ੍ਹਾਂ ਮੰਗਵਾਏ ਤਾਂ ਉਹ ਵਿੱਚੋਂ ਚਿੱਟੇ ਨਿਕਲਦੇ ਨੇ। ਅਤੇ ਬਚਪਨ ਹੀ ਯਾਦ ਹੈ ਕਿ ਜਦੋਂ ਮਾਲਟਿਆਂ ਦਾ ਸੀਜ਼ਨ ਹੁੰਦਾ ਅਤੇ ਬਾਗ ਉਹਨਾਂ ਦੇ ਮਤਲਬ ਇਹ ਵੀ ਵਿਕ ਵੀ ਜਾਂਦੇ ਸੀਗੇ, ਅਤੇ ਜਿਹੜੇ ਖਰੀਦਦੇ ਸੀ ਉਹ ਹੁੰਦਾ ਸੀਗਾ ਕਿ 100 ਦੇ ਮਗਰ ਇੰਨੇ ਮਾਲਟੇ ਮਾਲਕ ਨੂੰ ਦੇਣੇ ਨੇ। ਉਹਨਾਂ ਦੇ ਨਾਲ ਕਮਰਾ ਭਰ ਜਾਂਦਾ ਸੀਗਾ। ਅਤੇ ਉਹ ਫਿਰ ਸਵੇਰੇ ਸਵੇਰੇ ਉੱਠ ਕੇ ਅਤੇ ਪੀੜ੍ਹੀਆਂ ਡਾਹ ਲੈਣੀਆਂ ਉਸ ਕਮਰੇ ਦੇ ਸਾਹਮਣੇ, ਅਤੇ ਜਿਹੜੀਆਂ ਸਾਡੀਆਂ ਮਤਲਬ ਸੀਗੇ ਉੱਥੇ ਹੈਲਪਰ ਜਿਹੜੇ ਸੀਗੀਆਂ ਲੇਡੀਜ਼, ਉਹਨਾਂ ਨੂੰ ਕਹਿਣਾ ਕਿ ਲਿਆਓ ਬਈ ਉਹ ਕੱਟ ਕੇ ਖਾਈਏ। ਪਰ ਪਾਪਾ ਜੀ ਦਾ ਪਹਿਲਾਂ ਹੁਕਮ ਹੋਣਾ ਕਿ ਪਹਿਲਾਂ ਮਿੱਠੇ ਖਾਣੇ ਨੇ ਅਤੇ ਫਿਰ ਮਾਲਟੇ ਖਾਣੇ ਨੇ। ਉਹ ਮਿੱਠੇ ਵੀ ਲੱਗੇ ਹੋਏ ਸੀ ਉੱਥੇ। ਮਿੱਠੇ ਨੂੰ ਕੱਟ ਕੇ ਰੱਖ ਦਈਏ ਅਤੇ ਥੋੜ੍ਹੀ ਦੇਰ ਬਾਅਦ ਕੌੜਾ ਹੋ ਜਾਂਦਾ, ਪਰ ਕਿਉਂਕਿ ਉਹਦਾ ਕਹਿੰਦੇ ਸਨ ਮਲੇਰੀਆ ਵਾਸਤੇ ਅੱਛਾ ਹੈ, ਅਤੇ ਉਸ ਇਲਾਕੇ 'ਚ ਮਲੇਰੀਆ ਵੀ ਬਹੁਤ ਹੁੰਦਾ ਸੀਗਾ। ਜਦੋਂ ਖਾਸ ਕਰਕੇ ਇਹਦੀ ਮੁੰਜੀ ਦੀ ਫਸਲ ਹੁੰਦੀ ਸੀਗੀ, ਜਦੋਂ ਲਗਾਉਂਦੇ ਸੀਗੇ, ਉਹਨਾਂ ਦਿਨਾਂ ਵਿੱਚ ਮਲੇਰੀਆ ਬਹੁਤ ਹੁੰਦਾ ਸੀ। ਅਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਸਾਰਿਆਂ ਨੇ ਪਹਿਲਾਂ ਮਿੱਠੇ ਖਾਓ ਅਤੇ ਫਿਰ ਮਾਲਟੇ। ਮਾਲਟੇ ਜਦੋਂ ਅਸੀਂ ਖਾਣੇ, ਸਭ ਨੇ ਕਹਿਣਾ, ਕਿਸੇ ਨੇ ਕਹਿਣਾ ਮੇਰਾ ਵੇਖ ਕਿੰਨਾ ਰੈੱਡ ਬਲੱਡ ਹੈ, ਮੇਰਾ ਜਿਹਦਾ ਘੱਟ ਹੋਣਾ ਉਹਨੂੰ ਕਹਿਣਾ ਇਹ ਪਾਸੇ ਕਰ ਦਿਓ, ਮੈਨੂੰ ਦੂਜਾ ਦਿਓ। ਉਹ ਸਾਰਾ ਸੈਲਪਰਸ ਜਿਹੜੀਆਂ ਸੀ ਉਹਨਾਂ ਨੂੰ ਚੁਕਾ ਦੇਣਾ ਵੀ ਤੁਸੀਂ ਇਹ ਖਾ ਲਓ। ਅਸੀਂ ਮਤਲਬ ਬਹੁਤ ਹੀ ਸੀਗਾ। ਫਿਰ ਉੱਥੋਂ ਅਸੀਂ, ਮੇਰੇ ਭਰਾ ਜਿਹੜੇ ਬ੍ਰਿਗੇਡੀਅਰ ਭੁਪਿੰਦਰ ਸਿੰਘ ਦੀ ਮੈਂ ਗੱਲ ਕਰ ਰਹੀ ਸੀਗੀ, ਉਹ ਫੌਜ ਵਿੱਚ ਚਲੇ ਗਏ ਸੀਗੇ। ਔਰ ਜਦੋਂ ਸੈਕਿੰਡ ਵਰਲਡ ਵਾਰ ਹਾਲੇ ਚੱਲ ਰਹੀ ਸੀ, ਮੇਰੇ ਫਾਦਰ 'ਤੇ ਬਹੁਤ ਯਕੀਨ ਨਹੀਂ ਸੀਗੀ ਕਿ ਉਹ ਜਾਣ, ਕਿਉਂਕਿ ਪਾਪਾ ਜੀ ਆਪ ਤਾਂ ਸਰਵਿਸ ਵਿੱਚ ਸੈਂਟਰਲ ਪ੍ਰੋਵਿੰਸ ਦੀ ਸਰਵਿਸ 'ਚ ਸਨ ਉੱਥੇ, ਅਤੇ ਛੁੱਟੀ ਵਿੱਚ ਹੀ ਰਾਜਕੋਟ ਆਉਂਦੇ ਹੁੰਦੇ ਸੀਗੇ। ਅਤੇ ਉੱਥੇ ਦਾ ਵੀ ਤੁਹਾਨੂੰ ਪਤਾ ਵੀ 4 ਜ਼ਿਲ੍ਹਿਆਂ, ਆਪਣਾ ਸ਼ੇਖੂਪੁਰੇ ਵਿੱਚ, ਲਾਹੌਰ ਵਿੱਚ ਅਤੇ ਗੁਜਰਾਂਵਾਲੇ ਵਿੱਚ ਆਪਣੀਆਂ ਜ਼ਮੀਨਾਂ ਸੀ, ਸਭ ਕੁਛ, ਅਤੇ ਸਾਰੇ ਉਹ ਚੀਜ਼ਾਂ ਸੰਭਾਲਣੀਆਂ ਉਹ ਚਾਹੁੰਦੇ ਸੀ ਵੀ। ਅਤੇ ਬਾਕੀ ਪਰ ਉਹਨਾਂ ਨੂੰ ਸ਼ੌਕ ਆਇਆ ਕਿ ਵੀ ਮੈਂ ਆਰਮੀ ਜੁਆਇਨ ਕਰਨੀ ਹੈ। ਅਤੇ ਉਸ ਵੇਲੇ ਸਰਦਾਰ ਮਾਨ ਸਿੰਘ ਸਾਹਿਬ ਦਾ ਜ਼ਿਕਰ ਕਰਕੇ ਉਹਨਾਂ ਦੇ ਮਤਲਬ ਇਹ ਕਾਗਜ਼ ਲੈ ਕੇ ਜਿਹੜਾ ਕੋਈ ਗੌਰਮੈਂਟ 'ਤੇ ਪਹੁੰਚਦਾ ਸੀਗਾ ਵੀ ਭਰਤੀ ਹੋਣਾ ਫੌਜ ਦੇ ਵਿੱਚ, ਅਤੇ ਉਹ ਅਫਸਰ ਹੀ ਭਰਤੀ ਕੀਤਾ ਜਾਂਦਾ ਸੀ। ਅਤੇ ਉਹ ਫਿਰ ਲੈਫਟੀਨੈਂਟ ਬਣ ਕੇ ਉਹ ਉੱਥੇ ਗਏ। ਉਹਦੀਆਂ ਵੀ ਬੜੀਆਂ ਯਾਦਾਂ ਨੇ ਕਿ ਭਾਜੀ ਨੇ ਜਾਣਾ ਸੀਗਾ, ਤਿਆਰੀਆਂ ਹੋ ਰਹੀਆਂ ਸੀਗੀਆਂ ਕਿ ਹੁਣ ਇਹਨਾਂ ਨੇ ਸਰਵਿਸ 'ਤੇ ਜਾਣਾ। ਭਾਜੀ ਨੇ ਨਾਈਟ ਸੂਟ ਬਣੇ, ਉਹਨਾਂ ਨੂੰ ਬੋਸਕੀ ਦੇ ਨਾਈਟ ਸੂਟ 'ਤੇ ਉਹਨਾਂ ਨੂੰ ਪੱਟੀਆਂ ਜ਼ਰੀ ਦੀਆਂ ਲੱਗੀਆਂ, ਅਤੇ ਕੋਈ ਕੁਛ ਜਿਹੋ ਜਿਹੇ ਉਹਨਾਂ ਦੇ ਸ਼ੌਕ ਸੀ। ਅਤੇ ਉਹ ਵੈਸੇ ਹੱਸ ਕੇ ਕਹਿੰਦੇ ਸੀ ਕਿਉਂ ਨਾ ਕਰਾਂ, ਐਮ ਪ੍ਰਿੰਸ ਆਫ ਰਾਜਕੋਟ। ਸੋ ਬਹੁਤ ਮਤਲਬ ਵੀ ਉਹਨਾਂ ਦੇ ਸ਼ੌਕ ਸੀਗੇ। ਇੱਥੇ ਰਾਜਕੋਟ ਸਾਡੇ ਬਹੁਤ ਸਾਰੇ ਮਤਲਬ ਪਸ਼ੂ ਸੀਗੇ, ਅਤੇ ਉਹਨਾਂ ਵਿੱਚ ਨਾ ਘੋੜੇ ਘੋੜੀਆਂ ਉਹਨਾਂ ਦਾ। ਅਤੇ ਇੱਕ ਘੋੜਾ ਸੀਗਾ ਜਿਹਦਾ ਨਾਮ ਦੀਨਾ ਸੀ। ਉਹ ਸਿਰਫ ਭਾਜੀ ਹੀ ਉਸ 'ਤੇ ਚੜ੍ਹਦੇ ਸੀਗੇ। ਉਹ ਇੱਕ ਥਾਪੀ ਮਾਰ ਕੇ ਤੇ ਚੜ੍ਹ ਜਾਂਦੇ, ਪਰ ਜੇ ਹੋਰ ਕੋਈ ਨੇੜੇ ਜਾਂਦਾ ਸੀ ਪਹਿਲਾਂ ਤਾਂ ਉਹ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਅਤੇ ਬਾਕੀ ਇਸ ਤਰ੍ਹਾਂ ਦਾ ਪਾਪਾ ਜੀ ਦਾ ਵੀ ਪਸ਼ੂਆਂ ਵਾਸਤੇ ਬਿਹੇਵੀਅਰ ਇਹੋ ਜਿਹਾ ਸੀਗਾ ਕਿ 1.5 ਮੀਲ ਦੇ ਕਰੀਬ ਹੋਣਾ ਸ਼ਹਿਰ ਸਾਥੋਂ, ਅਤੇ ਅਖਬਾਰ ਲੈਣ ਜਾਣਾ ਟਾਂਗੇ ਨੇ ਜਾਣਾ, ਕਦੇ ਮਾਲੀ ਨੇ ਕੁਛ ਲੈਣ ਜਾਣਾ ਟਾਂਗੇ ਨੇ ਜਾਣਾ, ਸਾਨੂੰ ਸਕੂਲ ਛੱਡਣ ਜਾਣਾ, ਜਾਂ ਕਾਰ ਜਾ ਰਹੀ ਹੈ ਜਾਂ ਟਾਂਗਾ ਜਾ ਰਿਹਾ। ਅਤੇ ਮਤਲਬ ਇਹ ਵੀ ਉਹਦੇ ਵਿੱਚ ਮਤਲਬ ਉਸ ਦਾ ਬਹੁਤ ਜ਼ਿਆਦਾ ਸੀਗਾ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਘੋੜੀ ਇੱਕ ਵਾਰੀ ਜਾ ਕੇ ਆਉਂਦੀ ਹੈ ਨਾ, ਦੂਜੀ ਵਾਰੀ ਉਹਨੂੰ ਨਹੀਂ ਲੈ ਕੇ ਜਾਣਾ, ਉਹ ਥੱਕ ਜਾਂਦੀਆਂ ਨੇ। ਔਰ ਕਿਸੇ ਨੇ ਚਾਬੁਕ ਰੱਖਣ ਦਾ ਮਤਲਬ ਨਹੀਂ ਹੈ, ਕੋਈ ਮੇਰੇ ਟਾਂਗਿਆਂ ਦੇ ਉੱਪਰ ਚਾਬੁਕ ਲੈ ਕੇ ਨਹੀਂ ਜਾਏਗਾ, ਵੀ ਇਹ ਪਿਆਰ ਨਾਲ ਹੀ ਇਹਨਾਂ ਨੂੰ ਰੱਖਣਾ। ਅਤੇ ਉਹ ਮੈਨੂੰ ਯਾਦ ਹੈ ਕਿ ਇੱਕ ਇਹੋ ਜਿਹਾ ਇੰਸੀਡੈਂਟ ਹੋਇਆ। ਉਹਨਾਂ ਨੇ ਮਤਲਬ ਇਹ ਵੀ ਜਿਹੜਾ ਸਈਸ ਸੀਗਾ
ਉਹ ਨਵਾਂ ਸੀਗਾ। ਉਹ ਬੈਠਿਆ ਅਤੇ ਉਹਨੂੰ ਲੱਗਿਆ ਵੀ ਘੋੜੀ ਜਿਹੜੀ ਹੈ ਇਹਨੂੰ ਜਿਹੜਾ ਮੈਂ ਤੇਜ਼ ਚਲਾਵਾਂ ਟਾਂਗੇ ਨੂੰ। ਟਾਂਗੇ ਦੇ ਵੀ ਸਾਡੇ ਪਰਦਾ ਬਹੁਤ ਸੀ ਉਹਨਾਂ ਦਿਨਾਂ ਵਿੱਚ, ਸਾਰਾ ਹੀ ਪਰਦਾ ਸੀ, ਅਤੇ ਮਤਲਬ ਟਾਂਗੇ ਦੇ ਵੀ ਪਿੱਛੇ ਪਰਦੇ ਲੱਗੇ ਹੁੰਦੇ ਸੀ। ਅਤੇ ਕੁਦਰਤੀ ਉਸ ਦਿਨ ਮੈਂ ਇਕੱਲੀ ਪਿੱਛੇ ਬੈਠੀ ਹੋਈ ਸੀਗੀ, ਅਤੇ ਆਪਣਾ ਉਹਨੇ ਕੋਸ਼ਿਸ਼ ਕੀਤੀ ਅਤੇ ਘੋੜੀ ਜਾਣ ਕੇ ਜਿਵੇਂ ਜਿੱਦ ਪੈ ਜਾਂਦੀ ਉਹ ਅੱਗੇ ਤੇਜ਼ ਚੱਲੇ ਹੀ ਨਾ, ਅਤੇ ਫਿਰ ਉਹ ਥੱਲੇ ਉਤਰ ਕੇ ਕੋਈ ਚੀਜ਼ ਚੁੱਕਣ ਲੱਗਿਆ ਅਤੇ ਘੋੜੀ ਨੇ ਉਹ ਛੂਟ ਵੱਟੀ ਉੱਥੋਂ, ਮਤਲਬ ਇਹ ਟਾਂਗਾ ਇੰਨੀ ਜ਼ੋਰ ਨਾਲ ਉਹ ਆ ਕੇ ਮੁੜ ਕੇ ਆਪਣੀ ਗੋਂਦਲਾਂ ਵਾਲੇ ਦੇ ਰਾਹ ਤੋਂ ਫਿਰ ਸਾਡਾ ਆਪਣਾ ਰਾਹ ਅਲੱਗ ਅੰਦਰ ਜਾਂਦਾ ਸੀ। ਉੱਥੇ ਅੰਦਰ ਜਾ ਕੇ ਆਪਣੇ ਪੋਰਚ ਵਿੱਚ ਜਾ ਕੇ ਖੜੀ ਹੋਈ, ਔਰ ਰਾਹ ਦੇ ਵਿੱਚ ਲੋਕੀ ਵੇਖਣ, ਪਿੱਛੋਂ ਪਰਦਾ ਵੀ ਇੱਕ ਸਾਈਡ ਤੋਂ ਖੁੱਲ੍ਹ ਗਿਆ ਅਤੇ ਵੇਖਣ ਵਿੱਚ ਬੱਚਾ ਬੈਠਾ, ਬੱਚਾ ਹੀ ਸੀ ਉਦੋਂ ਮੈਂ, ਅਤੇ ਕਹਿਣ ਵਿੱਚ ਬੱਚਾ ਬੈਠਾ, ਰੋਕਣ ਦੀ ਕੋਸ਼ਿਸ਼ ਕਰਨ, ਸਾਹਮਣੇ ਲੈ ਕੇ ਕੋਈ ਜਿਹੜੇ ਹੁੰਦੇ ਨੇ ਸੋਟੀਆਂ ਵਗੈਰਾ ਸਾਹਮਣੇ ਕਰਨ ਦੀ ਕੋਸ਼ਿਸ਼ ਕਰਨ ਵੀ ਰੁਕ ਜਾਏ ਉਹ, ਪਰ ਉਹ ਨਹੀਂ ਰੁਕੀ, ਉਹ ਉੱਥੇ ਜਾ ਕੇ ਹੀ ਉੱਥੇ ਮਤਲਬ ਇਸ ਤਰ੍ਹਾਂ ਕਰਕੇ ਉਹਨਾਂ ਦਾ ਆਪਣੇ ਪਸ਼ੂਆਂ ਬਾਰੇ, ਹਰ ਚੀਜ਼ ਬਾਰੇ। ਇੱਕ ਵਾਰੀ ਇੱਕ ਮੱਝ ਜਿਹੜੀ ਸੀ ਉਹ ਮਤਲਬ ਉਹਦਾ ਹੋ ਗਿਆ ਕਿ ਵੀ ਹੁਣ ਇੰਨਾ ਦੁੱਧ ਦੱਧ ਨਹੀਂ ਉਹਨੇ ਦੇਣਾ, ਅਤੇ ਉਹ ਵੇਚ ਦਿੱਤੀ, ਕੋਈ ਲੈ ਗਏ। ਅਤੇ ਕੁਛ ਦਿਨਾਂ ਬਾਅਦ ਹੀ ਵੇਖੀਏ ਉਹ ਕਾਫੀ ਦੂਰ ਲੈ ਗਏ ਸਨ, ਅਤੇ ਕੁਛ ਦਿਨਾਂ ਬਾਅਦ ਦੇਖੀਏ ਕਿ ਉਹ ਬੂਰੀ ਮੱਝ, ਨੌਕਰ ਆ ਗਿਆ ਜੀ, ਬੂਰੀ ਤਾਂ ਆ ਗਈ, ਬੂਰੀ ਤਾਂ ਵਾਪਸ ਆ ਗਈ। ਅਤੇ ਕਹਿੰਦੇ ਅੱਛਾ, ਫਿਰ ਉਹਨੂੰ ਜਿਹੜੇ ਲੈ ਕੇ ਗਏ ਸੀ ਉਹ ਵੀ ਲੱਭਦੇ ਆ ਗਏ ਕਿ ਜੀ ਮਤਲਬ ਇਹ ਤਾਂ ਉੱਥੋਂ ਆਪੇ ਹੀ ਨਿਕਲ ਆਈ ਹੈ ਸਾਰੇ। ਅਤੇ ਫਿਰ ਉਹਨੂੰ ਥਾਪੀ ਥੁਪੀ ਦੇ ਕੇ ਪਿਆਰ ਨਾਲ, ਅਤੇ ਪਾਪਾ ਜੀ ਕਹਿੰਦੇ ਨਹੀਂ ਤੁਸੀਂ ਆਪਣੇ ਪੈਸੇ ਲੈ ਜਾਓ, ਇਹ ਇੱਥੇ ਹੀ ਰਹਿਣ ਦਿਓ, ਕੋਈ ਗੱਲ ਨਹੀਂ, ਇਹਦਾ ਮਤਲਬ ਇਹ ਇੱਥੇ ਹੀ ਵੱਡੀ ਹੋਈ ਹੈ, ਇੱਥੇ ਹੀ ਰਹਿਣ, ਅਤੇ ਇਹਨੂੰ ਇੱਥੇ ਹੀ ਰਹਿਣ ਦਿਓ। ਸੋ 8 ਹਲਾਂ ਦੀ ਖੇਤੀ ਜਿਹੜੀ ਹੈ ਉਹ ਆਪਣੀ ਰੱਖੀ ਹੋਈ ਸੀ, ਬਾਕੀ ਹਿੱਸੇ ਦੇ ਉੱਤੇ ਉੱਥੇ ਹੁੰਦੀ ਸੀਗੀ। ਅਤੇ ਉਹ 8 ਹਲਾਂ ਦੀ ਖੇਤੀ ਤੁਸੀਂ ਜਾਣਦੇ ਹੋ ਵੀ 16 ਤਾਂ ਬਲਦ ਹੀ ਹੋ ਜਾਂਦੇ ਸੀਗੇ। ਫਿਰ ਉਹਦੇ ਨਾਲ ਡਾਚੀ, ਮਤਲਬ ਖੂਹ ਚੱਲਣਾ ਹੁੰਦਾ ਸੀ, ਸੰਡੇ 2 ਸੰਡੇ, ਪਰ ਉਹ ਵੀ ਉਹਨਾਂ ਦਾ ਇਹ ਹਾਲ ਸੀ ਵੀ ਜਦੋਂ ਉਹਨਾਂ ਨੇ ਪਾਣੀ ਪੀਣ ਉਹਨਾਂ ਨੂੰ ਲਿਜਾਣਾ ਹੁੰਦਾ ਸੀ ਤਾਂ ਪਹਿਲਾਂ ਪਿੰਡ ਵਾਲਿਆਂ ਨੂੰ ਕਹਿ ਦਿੰਦੇ ਸੀ ਨੌਕਰ ਕਿ ਵੀ ਕੋਈ ਇੱਧਰ ਸੰਡਾ ਨਾ ਭੇਜਿਓ, ਕਿਉਂਕਿ ਜੇ ਵੇਖ ਲੈਂਦੇ ਅਤੇ ਉਹ ਉਸ ਨੂੰ ਇੰਨਾ ਦੁਆਲ ਕੇ ਲਿਜਾਂਦੇ ਸੀਗੇ ਕਿ ਵਿਛਾਣਾ ਮੁਸ਼ਕਿਲ ਹੋ ਜਾਂਦਾ ਸੀ। ਸੋ ਮਤਲਬ ਇਹ ਵੀ ਆਪਣੇ ਜਿਹੜੇ ਡੰਗਰ ਸੀ ਉਹਨਾਂ ਨਾਲ ਵੀ ਇਹੋ ਜਿਹਾ ਸੀਗਾ। ਸਾਰਿਆਂ ਮੈਨੂੰ ਜਿੰਨਾ ਕੁ ਯਾਦ ਹੈ ਕਿ ਖੁੱਲ੍ਹੀਆਂ ਪੱਕੀਆਂ ਸੋਹਣੀਆਂ ਇੱਕ ਤਾਂ ਸੀਗੀਆਂ ਅਨਕਵਰਡ ਸੀਗੀਆਂ, ਫਿਰ ਇੱਕ ਜਿਹੜੀਆਂ ਸੀ ਉਹ ਛੱਤ ਥੱਲੇ ਜਿਹੜਾ ਸਾਰਾ ਕੁਝ ਬਣਿਆ ਹੋਇਆ ਸੀ, ਅਤੇ ਇਹਨਾਂ ਦੇ ਘੋੜਿਆਂ ਦੇ ਸਾਹਮਣੇ ਵੱਡੇ ਵੱਡੇ, ਉਦੋਂ ਉੱਥੇ ਤਾਂ ਸਾਰੇ ਪਹਾੜੀ ਨਮਕ ਹੀ ਵਰਤਦੇ ਸੀ, ਖਾਣ ਵਾਸਤੇ ਵੀ ਉਹੀ ਵਰਤਿਆ ਜਾਂਦਾ ਸੀ, ਅਤੇ ਉਹ ਪਹਾੜੀ ਨਮਕ ਦੇ ਵੱਡੇ ਵੱਡੇ ਢੇਲੇ ਉਹ ਇੱਕ ਤਾਰ ਪਾ ਕੇ ਅਤੇ ਉਹਨਾਂ ਦੇ ਸਾਹਮਣੇ ਬੰਨੇ ਹੁੰਦੇ ਸੀਗੇ ਕਿ ਜਦੋਂ ਦਿਲ ਕਰੇ ਉਹ ਚੱਟ ਲੈਣ ਅਤੇ ਆਪਣਾ ਕਰਨ ਪੂਰਾ। ਸੋ ਇਹ ਜਿਹਾ ਕੁਛ ਰਾਜਕੋਟ ਦੀਆਂ ਯਾਦਾਂ ਬਹੁਤ ਨੇ ਰਾਜਕੋਟ ਦੀਆਂ। ਰਾਜਕੋਟ ਅਸੀਂ ਮਤਲਬ ਇੱਕ ਕੁਛ ਹੁਣ ਲੜਕੀਆਂ ਵਗੈਰਾ ਨੂੰ ਕਹਿ ਰਹਾ ਵੀ ਅੱਜ ਭਾਈ ਇੱਥੇ ਨਾ ਗਾਣਾ ਵਜਾਣਾ ਹੋਏਗਾ ਹੈ, ਅਤੇ ਬੁਲਾ ਲਓ ਸਾਰੇ। ਫਿਰ ਉਹ ਪਿੰਡ ਤੋਂ ਕੁਛ ਲੜਕੀਆਂ ਨੇ ਆ ਜਾਣਾ ਅਤੇ ਉਹਨਾਂ ਨੇ ਉੱਥੇ ਗਿੱਧੇ ਗੁੱਧੇ ਪਾਉਣੇ ਅਤੇ ਸੰਗੀਤ, ਮਤਲਬ ਪਿੰਡ ਦੀਆਂ ਹੀ ਜਿਹੜੀਆਂ ਬੋਲੀਆਂ ਸੀ ਉਹੋ ਜਿਹਾ ਹੋਣਾ। ਫਿਰ ਕਦੇ ਹੋ ਜਾਣਾ ਕਿ ਮੀਂਹ ਨਹੀਂ ਪਿਆ, ਕਹਿੰਦੇ ਕਿੰਨਾ ਚਿਰ ਹੋ ਗਿਆ ਮੀਂਹ ਨਹੀਂ ਪਿਆ, ਉਹ ਕਹਿੰਦੇ ਜੀ ਗੁੱਡੀ ਗੁੱਡਾ ਸਾੜੋ ਅਤੇ ਫਿਰ ਮੀਂਹ ਪਏਗਾ। ਫਿਰ ਕੁੜੀਆਂ ਨੇ ਆਉਣਾ, ਗੁੱਡੀ ਗੁੱਡਾ ਸਾੜਨਾ, ਮਿੱਠੀਆਂ ਰੋਟੀਆਂ ਲੱਗਣੀਆਂ ਤਨੂਰ 'ਚ ਸਾਰਿਆਂ ਦੇ ਵਾਸਤੇ। ਖੂਹ ਫਿਰ ਸਾੜ ਕੇ ਆ ਕੇ ਅਤੇ ਖੂਹ ਤੋਂ ਇੱਕ ਦੂਜੇ 'ਤੇ ਪਾਣੀ ਪਾ ਪਾ ਕੇ ਉਹਨਾਂ ਨੇ ਸਭ ਨੇ ਖੇਡਣਾ, ਅਤੇ ਮਤਲਬ ਇਸ ਤਰ੍ਹਾਂ ਦੇ ਸ਼ੌਕ ਜਿਹੜੇ ਸੀਗੇ ਇਸ ਤਰ੍ਹਾਂ ਦੇ ਉੱਥੇ ਚੱਲਦੇ ਸੀ। ਗੱਲ ਕਰ ਰਹੇ ਸੀ ਤੁਸੀਂ ਆਪਣੇ ਘਰ ਦੀ ਕੋਠੀ ਦੀ। ਹਾਂਜੀ, ਲਾਹੌਰ ਤੋਂ ਆਇਆ ਉਹਦਾ ਮਾਰਬਲ। ਫਿਰ ਸ਼ੌਕ
ਬਹੁਤ ਸੀਗਾ, ਬੜੀਆਂ ਅੱਛੀਆਂ ਚੀਜ਼ਾਂ ਦਾ। ਅਤੇ ਕਸ਼ਮੀਰ ਹਰ ਸਾਲ ਜਾਂਦੇ ਸੀਗੇ, ਉੱਥੇ ਅਖਰੋਟ ਦੀ ਲੱਕੜੀ ਦਾ ਕੰਮ ਬਹੁਤ ਸੀਗਾ, ਜਿਹਦੇ 'ਤੇ ਬਹੁਤ ਜ਼ਿਆਦਾ ਨਕਸ਼ ਨਿਗਾਰੇ ਅਤੇ ਮਤਲਬ ਇਹ ਵੀ ਬਹੁਤ ਸੋਹਣੇ ਫੁੱਲ ਬੂਟੇ ਬਣਾਏ ਹੁੰਦੇ ਸੀਗੇ। ਅਤੇ ਉੱਥੋਂ ਬਹੁਤ ਸਾਰਾ ਫਰਨੀਚਰ ਉੱਥੋਂ ਦਾ ਲਿਆਂਦਾ। ਔਰ ਸਭ ਤੋਂ ਵੱਡਾ ਜਿਹੜਾ ਸੀਗਾ ਸਾਈਡ ਬੋਰਡ, ਜਿਹੜਾ ਡਾਇਨਿੰਗ ਰੂਮ ਦੇ ਵਿੱਚ ਸੀਗਾ, ਉਹ ਮਤਲਬ ਪੂਰਾ ਜਿਹੜਾ ਸੀ ਅਖਰੋਟ ਦੀ ਲੱਕੜੀ ਦਾ, ਔਰ ਇੰਨਾ ਵੱਡਾ ਬਣਿਆ ਹੋਇਆ ਸੀ, ਇੰਨੀਆਂ ਸੋਹਣਾ। ਅੱਜ ਕੱਲ੍ਹ ਦੇ ਵੀ ਜਿਹੜੇ ਨੇ ਉਹ ਵੀ ਕੋਈ ਉਸ ਤੋਂ ਜ਼ਿਆਦਾ ਸੋਹਣੇ ਨਹੀਂ ਹੈਗੇ, ਇੰਨਾ ਮਤਲਬ ਵਧੀਆ ਉਹ ਸੀਗਾ। ਅਤੇ ਬਾਕੀ ਤਾਂ ਸਾਡਾ ਕਿਉਂਕਿ ਕੁਛ ਇਹ ਸਾਰਾ ਜਿਹੜਾ ਹਿਸਾਬ ਕਿਤਾਬ ਸੀ, ਇਹ ਉਸ ਵਕਤ ਦੇ ਹਿਸਾਬ ਨਾਲ ਬਹੁਤ ਮਾਡਰਨ ਸੀ। ਮੇਰੇ ਫਾਦਰ ਦੀ ਸਰਵਿਸ ਇਹੋ ਜਿਹੀ ਰਹੀ ਕਿ ਉਹਨਾਂ ਨੇ ਬੈਸਟ ਕੋਠੀਆਂ ਵਿੱਚ ਜਗ੍ਹਾ ਜਗ੍ਹਾ 'ਤੇ ਥਾਵਾਂ ਥਾਵਾਂ 'ਤੇ ਰਹਿ ਕੇ ਆਏ। ਅਤੇ ਕਿਉਂਕਿ ਉਹਨਾਂ ਦਿਨਾਂ ਵਿੱਚ ਜਦੋਂ ਇਹ ਸੈਂਟਰਲ ਪ੍ਰੋਵਿੰਸ ਦੇ ਕਿਸੇ ਜ਼ਿਲ੍ਹੇ ਵਿੱਚ ਪੋਸਟਿੰਗ ਹੁੰਦੀ ਸੀਗੀ, ਅਤੇ ਜਿਵੇਂ ਹੁਣ ਕਈ ਮਤਲਬ ਇਹ ਸੇਮ ਰੈਂਕ ਦੇ ਬੰਦੇ ਹੁੰਦੇ ਨੇ, ਉੱਥੇ ਸਿਰਫ ਇੱਕ DC ਅਤੇ ਇੱਕ SP ਦੋ ਹੁੰਦੇ ਸੀ, ਔਰ ਉਹਨਾਂ 'ਚੋਂ ਵੀ ਇੱਕ ਅੰਗਰੇਜ਼ ਅਤੇ ਇੱਕ ਇੰਡੀਅਨ। ਅੱਛਾ ਜੀ। ਹਾਂ, ਮਤਲਬ ਇਹ ਦੋਵੇਂ ਇਕੱਠੇ, ਨਾ ਅੰਗਰੇਜ਼ ਅਤੇ ਨਾ ਇੰਡੀਅਨ ਜੀ। ਅਤੇ ਇਸ ਤਰ੍ਹਾਂ ਦਾ ਹਿਸਾਬ ਸੀਗਾ ਸਾਡੇ ਘਰ। ਫਿਰ ਡਿਨਰਸ ਵਗੈਰਾ ਬੜੇ ਹੁੰਦੇ ਸੀਗੇ। ਅਤੇ ਪਾਪਾ ਜੀ ਨੂੰ ਕਲੱਬ ਦਾ ਬਹੁਤ ਸ਼ੌਕ ਸੀਗਾ, ਅਤੇ ਉਹ ਹਮੇਸ਼ਾ ਕਲੱਬ ਜਿਹੜਾ ਰੈਗੂਲਰ ਸੀਗੇ ਕਲੱਬ 'ਚ। ਅਤੇ ਉਹਨਾਂ ਨਾਲ ਵੈਸੇ ਤਾਂ ਅਗਰ ਹੋਰ ਕੁਛ ਵੀ ਨਹੀਂ ਤਾਂ ਬ੍ਰਿਜ ਹੀ ਖੇਡ ਲੈਂਦੇ, ਪਰ ਮਤਲਬ ਇਹ ਉਹ ਜਾਂਦੇ ਜ਼ਰੂਰ ਸੀਗੇ। ਅਤੇ ਸਪੋਰਟਸ ਦਾ ਤਾਂ ਉਹ ਜਦੋਂ ਕਾਲਜ ਵਿੱਚ ਸੀਗੇ, ਕਾਲਜ ਉਹਨਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ 'ਚ ਪਹਿਲਾਂ ਇੱਥੇ ਪੜ੍ਹੇ ਨੇ। ਅਤੇ ਉੱਥੇ ਖਾਲਸਾ ਕਾਲਜ ਦੇ ਵਿੱਚ ਉਹ ਕਾਲਜ ਦੀ ਹਾਕੀ 11 ਦੇ ਵਿੱਚ ਸੀਗੇ। ਅੱਛਾ। ਅਤੇ ਕਾਫੀ ਮਤਲਬ ਇਹ ਉਦੋਂ ਤੋਂ ਹੀ ਹਰ ਇੱਕ ਚੀਜ਼ ਦਾ, ਗੇਮਸ ਦਾ ਜ਼ਿਆਦਾ ਸ਼ੌਕ ਸੀਗਾ। ਅਤੇ ਹੈਲਥ ਬੜੀ ਵੈਸੇ ਤਾਂ ਠੀਕ ਰੱਖੀ ਸੀ, ਪਰ ਇਹ ਕੁਦਰਤ ਨੇ ਇੰਨਾ ਕੁਛ ਉਹਨਾਂ ਦੇ ਨਾਲ ਜ਼ਿਆਦਤੀ ਹੋ ਗਈ ਕਿ ਉਹਨਾਂ ਨੂੰ ਜਿਹੜਾ ਗੰਠੀਏ ਦਾ ਰੋਗ ਹੋਇਆ। ਜੀ। ਉੱਥੇ ਜਿਹੜੇ ਮਤਲਬ ਜਿਹੜਾ ਸ਼ਿਕਾਰ ਵਗੈਰਾ ਜਾਂਦੇ ਸਨ, ਤਾਂ ਕਈ ਦਫਾ ਮਚਾਨ ਦੇ 12 ਫੁੱਟ ਦੇ ਉੱਪਰ ਮਚਾਨ ਬੰਨ੍ਹਿਆ ਜਾਂਦਾ ਸੀਗਾ ਜਦੋਂ ਸ਼ੇਰ ਦੇ ਸ਼ਿਕਾਰ ਵਾਸਤੇ ਜਾਂਦੇ ਸੀਗੇ। ਤਾਂ ਕਈ ਦਫਾ ਉੱਚੇ ਬੈਠੇ ਹੁੰਦੇ ਸੀਗੇ, ਅਤੇ ਉਹਨਾਂ ਦੇ ਜਿਹੜੇ ਪਰਸਨਲ ਡਾਕਟਰ ਉੱਥੇ ਸੀਗੇ, ਇੱਕ ਦੂਬੇ ਕਰਕੇ, ਉਹਨਾਂ ਨੇ ਕਿਹਾ ਕਿ ਦੇਖੋ ਸਾਹਿਬ ਬਹਾਦਰ, ਤੁਸੀਂ ਹੁਣ ਸ਼ਿਕਾਰ 'ਤੇ ਨਹੀਂ ਜਾਓਗੇ, ਤੁਸੀਂ ਪਹਿਲਾਂ, ਤੁਹਾਡਾ ਜਿੰਨਾ ਚਿਰ ਇਲਾਜ ਨਹੀਂ ਹੁੰਦਾ, ਤੁਹਾਨੂੰ ਪਤਾ ਨਹੀਂ ਹੈਗਾ ਕਿ ਮਤਲਬ ਇਹ ਜ਼ਰਾ ਕੁ ਚੁੱਕ ਗਿਆ ਨਿਸ਼ਾਨਾ, ਅਤੇ ਮਤਲਬ ਇਹ ਸ਼ੇਰ ਤਾਂ ਫਿਰ ਉਹ ਜ਼ਖਮੀ ਹੋਇਆ ਸ਼ੇਰ ਉਦੋਂ ਹੀ ਉੱਚੀ ਛਾਲ ਮਾਰਦਾ, ਅਤੇ ਮਤਲਬ ਇਹ ਤੁਸੀਂ ਇਸ ਚੱਕਰ 'ਚ ਨਹੀਂ ਪੈਣਾ। ਫਿਰ ਉਦੋਂ ਛੁੱਟੀ ਆ ਗਏ ਸਨ ਕਿ ਹੈਲਥ ਕਰਕੇ, ਅਤੇ 2 ਸਾਲ ਦੀ ਛੁੱਟੀ ਆਏ ਸੀਗੇ। ਫਿਰ ਰਿਟਾਇਰਮੈਂਟ ਦਾ ਟਾਈਮ ਆ ਗਿਆ, ਰਿਟਾਇਰਮੈਂਟ ਉਹਨਾਂ ਦੀ ਹੋ ਗਈ। ਰਿਟਾਇਰਮੈਂਟ 'ਤੇ ਫਿਰ ਉਹਨਾਂ ਨੂੰ ਸਰਦਾਰ ਬਹਾਦਰ ਦਾ ਖਿਤਾਬ ਜਿਹੜਾ ਸੀਗਾ, ਉਹ ਫਿਰ ਇਹਨਾਂ ਨੂੰ ਲਾਹੌਰ ਬੁਲਾਇਆ ਗਿਆ ਸੀਗਾ, ਅਤੇ ਲਾਹੌਰ ਉਹਨਾਂ ਨੂੰ ਉਹ ਸਨਮਾਨਿਤ ਕੀਤਾ ਸੀਗਾ। ਅਤੇ ਮੈਨੂੰ ਯਾਦ ਹੈ ਕਿ ਉਹਦੇ ਨਾਲ ਕਿਸੇ ਨੇ ਇੱਕ ਡੱਬੀ ਦੇ ਵਿੱਚ ਇੱਕ ਚੌਲ ਦੇ ਉੱਤੇ ਸਾਰਾ ਨਾਮ ਅਤੇ ਉਹ ਸਾਰਾ ਲਿਖਿਆ ਹੋਇਆ ਸੀ, ਜਿਹਨੂੰ ਦੂਰਬੀਨ ਨਾਲ ਹੀ ਦੇਖ ਸਕਦੇ ਸੀਗੇ। ਸੋ ਇਹ ਜਿਹੜੀਆਂ ਕਲਾ ਨੇ, ਇਹ ਚੀਜ਼ਾਂ ਜਿਹੜੀਆਂ ਨੇ, ਇਹ ਸ਼ੁਰੂ ਤੋਂ ਹੀ ਚਲੀਆਂ ਆਉਂਦੀਆਂ ਨੇ। ਇਹ ਨਹੀਂ ਕਿ ਵੀ ਹੁਣ ਅਸੀਂ ਜ਼ਿਆਦਾ ਆਰਟ ਦੀ ਹਰ ਇੱਕ ਚੀਜ਼ ਦੀ ਕਰਦੇ ਹਾਂ, ਉਦੋਂ ਵੀ ਆਰਟ ਦੀ, ਇਹਨਾਂ ਚੀਜ਼ਾਂ ਦੀ ਬੜੀ ਕਦਰ ਸੀ। ਬਹੁਤ ਸੋਹਣਾ ਸਾਰਾ ਕੁਛ। ਅਤੇ ਜਿਵੇਂ ਉੱਥੇ ਦਾ ਸਿਸਟਮ ਸਰਵਿਸ ਵਿੱਚ ਸੀ, ਇੱਥੇ ਵੀ ਆਪਣਾ ਡਾਇਨਿੰਗ ਰੂਮ ਤੋਂ ਬਾਅਦ ਪੈਂਟਰੀ ਸੀ, ਪੈਂਟਰੀ ਤੋਂ ਬਾਅਦ ਅੱਗੇ ਉੱਚੇ ਖੜ੍ਹ ਕੇ ਬਣਾਉਣ ਵਾਲੇ ਮਤਲਬ ਚੁੱਲ੍ਹੇ ਸੀਗੇ, ਜਿਨ੍ਹਾਂ 'ਤੇ ਮਤਲਬ ਜਿਹੜਾ ਕੁੱਕ ਸੀਗਾ ਉਹਨੂੰ ਵੀ ਬ੍ਰਿਟਿਸ਼ ਡਿਸ਼ਿਜ਼ ਵਗੈਰਾ ਅਤੇ ਹੋਰ ਮਾਡਰਨ ਡਿਸ਼ਿਜ਼ ਵਗੈਰਾ ਸਾਰੀਆਂ ਬਣਾਉਣੀਆਂ ਆਉਂਦੀਆਂ ਸੀਗੀਆਂ। ਉਹ
ਖੜ੍ਹੇ ਹੋ ਕੇ ਉੱਥੇ ਕੰਮ ਕਰਦਾ। ਫਿਰ ਉਸ ਤੋਂ ਬਾਅਦ ਵੱਡਾ ਲੰਗਰ ਸੀ ਜਿਹਦੇ ਵਿੱਚ ਇੱਕ ਪਾਸੇ ਮਤਲਬ ਇਹ ਵੀ ਵੱਡਾ ਸਾਰਾ ਜਿਵੇਂ ਤੰਦੂਰ ਟਾਈਪ ਸੀਗਾ, ਜਿੱਥੇ ਮਤਲਬ ਕੇਕ ਕੁਕ ਜਦੋਂ ਬੇਕ ਕਰਦੇ ਸੀ ਅਤੇ ਉਹ ਟਿਨ ਦਾ ਇੱਕ ਤੰਦੂਰ ਹੁੰਦਾ ਸੀ, ਉਹ ਉਹਦੇ ਉੱਤੇ ਰੱਖ ਕੇ ਅਤੇ ਉਹਦੇ ਵਿੱਚ ਬੇਕ ਕਰਦੇ ਸੀਗੇ। ਅਤੇ ਬਾਕੀ ਜਿਹੜਾ ਸੀਗਾ ਸਾਡੇ ਬੱਚਿਆਂ ਵਾਸਤੇ, ਜੇ ਅਸੀਂ ਮੂਡ ਹੈਗਾ ਕਿ ਉੱਥੇ ਬੈਠ ਕੇ ਖਾਣਾ ਖਾਣਾ, ਤਾਂ ਚੌਂਕੀਆਂ ਸੀਗੀਆਂ, ਉਹਨਾਂ ਉੱਪਰ ਪਿੱਤਲ ਦੀਆਂ ਬਹੁਤ ਸਾਰੇ ਉਹਨਾਂ ਦੇ ਸੀਗੀਆਂ ਡਿਜ਼ਾਈਨ, ਅਤੇ ਪੀੜ੍ਹੀਆਂ 'ਤੇ ਉਹ ਮਤਲਬ ਤਾਂ ਉੱਥੇ ਬੈਠ ਕੇ ਵੀ ਅਸੀਂ ਖਾ ਲੈਂਦੇ ਜੇ ਮਰਜ਼ੀ ਹੁੰਦੀ। ਫਿਰ ਗਰਮੀ ਹੋ ਜਾਂਦੀ ਸੀ ਅਤੇ ਫਿਰ ਉਸ ਦੇ ਅੱਗੇ ਇੱਕ ਖੁੱਲ੍ਹਾ ਕਿਚਨ ਸੀ, ਜਿਹਦਾ ਮਤਲਬ ਇਹ ਵਰਾਂਡੇ ਟਾਈਪ ਸੀਗਾ। ਉੱਥੇ ਵੀ ਚੁੱਲ੍ਹੇ ਬਣੇ ਹੋਏ ਸੀ। ਉਹ ਜਿਹੜੀਆਂ ਸੇਵਾਦਾਰ ਸੀਗੀਆਂ ਉਹ ਉੱਥੇ ਉਹਨਾਂ ਚੁੱਲ੍ਹਿਆਂ 'ਤੇ ਵੀ ਬਣਾਉਂਦੀਆਂ, ਅਤੇ ਨਾਲ ਨਾਲ ਜਿਹੜੀ ਵੱਡੀ ਲੇਡੀ ਕੋਈ ਹੁੰਦੀ ਉਹ ਪਰੋਸ ਕੇ ਫਿਰ ਥਾਲੀਆਂ ਵਿੱਚ ਵੀ ਦੇ ਦਿੰਦੇ ਸੀਗੇ ਸਾਨੂੰ ਖਾਣਾ। ਉਹਦੇ ਅੱਗੇ ਜਿਹੜਾ ਥੋੜ੍ਹਾ ਕਿਚਨ ਦਾ ਹੀ ਨਾਲ ਅੱਗੇ ਵਿਹੜਾ ਜਿਹਾ, ਉਹਦੇ ਸਾਈਡ 'ਤੇ ਛੋਟੀ ਦੀਵਾਰ ਸੀ। ਦੀਵਾਰ ਦੇ ਵਿੱਚ ਫਿਰ ਬਣੇ ਹੋਏ ਸੀਗੇ ਜਿੱਥੇ ਕਾੜ੍ਹਨੀ ਵਿੱਚ ਦੁੱਧ ਕਾੜ੍ਹਨ ਵਾਸਤੇ ਉੱਥੇ ਅੰਦਰ ਰੱਖਿਆ ਜਾਂਦਾ ਸੀਗਾ। ਅਤੇ ਮਤਲਬ ਜਿਹੜਾ ਉਹਦਾ ਵਿਹੜਾ ਸੀਗਾ, ਉੱਥੇ ਸਵੇਰੇ ਕਿਉਂਕਿ ਕਾੜ੍ਹਨੀ ਦਾ ਦੁੱਧ ਵੀ ਕਾਫੀ ਹੋ ਜਾਂਦਾ ਸੀ, ਅਤੇ ਅਲੱਗ ਤੋਂ ਘਰ ਰੱਖਣ ਵਾਸਤੇ ਵੱਖਰਾ ਵੀ ਹੁੰਦਾ, ਤਾਂ ਇੱਕ ਜਣੀ ਪਿੰਡ ਤੋਂ ਆਉਂਦੀ ਰਿੜਕਣ ਵਾਸਤੇ, ਇੱਕ ਘਰੋਂ ਇੱਧਰੋਂ ਕੋਈ ਹੁੰਦਾ, ਅਤੇ ਚਾਟੀਆਂ ਵਿੱਚ ਉਹ ਫਿਰ ਰਿੜਕ ਕੇ ਮੱਖਣ ਕੱਢ ਕੇ, ਮੱਖਣ ਉਹਨਾਂ ਦਿਨਾਂ ਵਿੱਚ ਕੋਈ ਡਾਲਡਾ ਵਗੈਰਾ ਨਹੀਂ ਸੀ ਹੁੰਦਾ ਜੀ, ਇਹੀ ਆਪਣੇ ਘਰ ਦਾ ਜਿਹੜਾ ਮੱਖਣ ਸੀ ਉਹਦਾ ਹੀ ਘਿਓ ਬਣਾ ਕੇ ਪੀਪੇ ਭਰੇ ਹੁੰਦੇ ਸੀਗੇ, ਅਤੇ ਉਹਦੇ ਨਾਲ ਹੀ ਮਤਲਬ ਸਾਰਾ ਕੁਛ ਹੁੰਦਾ ਸੀਗਾ। ਅੱਛਾ, ਇੱਕ ਗੱਲ ਇੱਥੇ ਦੱਸ ਦਿਓ, ਜਿਹੜੇ ਤੁਹਾਡੇ ਕੰਮ ਕਰਨ ਵਾਲੇ ਸੀਗੇ ਉਹਨਾਂ ਦੇ ਕੋਈ ਨਾਮ ਯਾਦ ਹੈ? ਉਹ ਮੁਸਲਮਾਨ ਸੀ ਕਿ ਹਿੰਦੂ ਸੀ, ਕੌਣ ਸੀਗੇ? ਹਾਂਜੀ, ਇਸ ਤਰ੍ਹਾਂ ਹੈਗਾ ਕਿ ਕੰਮ ਕਰਨ ਵਾਲੇ ਤਾਂ ਕਾਫੀ ਸੀਗੇ, ਔਰ ਉਹਨਾਂ ਦਾ ਸਪੈਸ਼ਲੀ ਇਸ ਤਰ੍ਹਾਂ ਸੀਗਾ ਵੀ ਜਿਹੜੇ ਤਾਂ ਤਵੇਲੇ ਵਿੱਚ ਕੰਮ ਕਰਨ ਵਾਲੇ ਨੇ, ਉਹਨਾਂ ਦਾ ਸਾਰਾ ਟਾਈਮ ਉੱਥੇ ਹੀ ਨਿਕਲਦਾ ਸੀਗਾ। ਉਹਨਾਂ ਨੇ ਤਵੇਲੇ ਦੀ ਸਾਫ਼ ਸਫਾਈ ਸਾਰਾ ਕੁਛ ਕਰਦੇ ਸੀਗੇ। ਇੱਕ ਉਹਨਾਂ ਦੇ ਹੀ ਉਹਦਾ ਨਾਮ ਤਾਂ ਇਸਰੀ ਸੀਗਾ, ਅਤੇ ਉਹਦੀ ਬੇਟੀ ਦਾ ਨਾਮ ਨੰਤੀ ਸੀਗਾ। ਅਤੇ ਈਸਾਈ ਫੈਮਿਲੀ 'ਚ ਸੀ? ਇਹ ਈਸਾਈ ਫੈਮਿਲੀ ਸੀ ਜੀ। ਅਤੇ ਉਹ ਮਤਲਬ ਇਹ ਵੀ ਕਰਦੇ ਸੀਗੇ ਉੱਥੇ ਦਾ ਕੰਮ। ਲੇਕਿਨ ਉਸ ਦੇ ਨਾਲ ਫਿਰ ਕੋਠੀ ਦੇ ਅੰਦਰ ਦੀ ਫਿਰ ਸਫਾਈ ਵਾਲੇ ਹੋਰ ਚਾਹੀਦੇ ਸੀਗੇ। ਉਹਦੇ ਵਿੱਚ ਫਿਰ ਉਹਨਾਂ ਦੇ ਜਿਹੜੇ ਮਤਲਬ ਲੜਕੀਆਂ ਸੀ ਯੰਗ, ਉਹ ਤਾਂ ਸਾਰਾ ਦਿਨ ਹੀ ਉੱਥੇ, ਕਿਉਂਕਿ ਕਿਤੇ ਕੁਛ ਡੁੱਲ ਗਿਆ ਅਤੇ ਉਹਨੂੰ ਪੂੰਝਣਾ, ਜੇ ਕੁਛ ਹੋ ਗਿਆ ਇੱਥੇ ਡਸਟਿੰਗ ਨਹੀਂ ਹੋਈ, ਆਹ ਨਹੀਂ ਹੋਇਆ, ਸਾਰਾ ਦਿਨ। ਹੋਰ ਤਾਂ ਹੋਰ ਉਹ ਸਾਰਾ ਦਿਨ ਜਿਵੇਂ ਉੱਥੇ ਹਾਜ਼ਰ ਹੀ ਸਨ। ਮੇਰੇ ਵੱਡੇ ਭੈਣ ਜੀ ਨੂੰ ਬੜਾ ਸ਼ੌਕ ਸੀਗਾ ਸੋਹਣੇ ਸੋਹਣੇ ਕੱਪੜੇ ਪਾਉਣ ਦਾ ਅਤੇ ਸਭ ਕੁਛ, ਅਤੇ ਉਹੀ ਸਾਡੇ 'ਚੋਂ ਵੱਡੇ ਸੀ, ਅਸੀਂ ਤਾਂ ਛੋਟੇ ਸੀਗੇ। ਅਤੇ ਉਹਨਾਂ ਨੇ ਆਵਾਜ਼ ਮਾਰਨੀ, ਐਲਿਸ ਇੱਧਰ ਆਈ ਜਰਾ, ਆ ਕੇ ਜਰਾ ਦੇਖ, ਇਹ ਵਾਲਾ ਦੁਪੱਟਾ ਲਵਾਂ ਕਿ ਇਹ ਵਾਲਾ ਲਵਾਂ, ਕਿ ਸਰਦੀਆਂ 'ਚ ਕਿਹੜੀ, ਨਹੀਂ ਇਹ ਸ਼ਾਲਾਂ ਨਹੀਂ ਠੀਕ ਹੈ, ਕੋਈ ਹੋਰ ਦੂਜੇ ਰੰਗ ਦੀਆਂ ਸ਼ਾਲਾਂ ਕੱਢ ਕੇ ਲਿਆ। ਸੋ ਮਤਲਬ ਇਹ ਵੀ ਕੰਮ ਕਰਨ ਵਾਲਿਆਂ ਦਾ ਤਾਂ ਇਸ ਤਰ੍ਹਾਂ ਸੀਗਾ। ਫਿਰ ਉਹ ਐਲਿਸ ਗ੍ਰੇਸ ਦੋਵੇਂ ਭੈਣਾਂ ਸੀਗੀਆਂ, ਸਾਰਾ ਦਿਨ ਹੀ ਉਦਣ ਮਤਲਬ ਇਹ ਵੀ ਉਹਨਾਂ ਦੇ ਨਾਲ ਸਾਡਾ ਜਿਵੇਂ ਸਹੇਲੀਆਂ ਵਰਗਾ ਹੀ ਹਿਸਾਬ ਕਿਤਾਬ ਸੀਗਾ, ਅਤੇ ਇਹ ਨਹੀਂ ਸੀਗਾ ਕਿ ਸਿਰਫ ਵਰਕਰ ਹੀ ਹੈਗੇ ਆ। ਫਿਰ ਵਰਕਰ ਹੁੰਦੇ ਇੱਕ ਜਿਹੜੇ ਕਿ ਬਿਜਲੀ ਤਾਂ ਹੈ ਨਹੀਂ ਸੀ, ਲੇਕਿਨ ਕਮੀ ਨਹੀਂ ਸੀ ਕੋਈ ਵੀ ਰਹਿੰਦੀ। ਉਹ ਇਸ ਤਰ੍ਹਾਂ ਕਿ ਸ਼ਾਮ ਨੂੰ ਇੱਕ ਜਣੇ ਨੇ ਬੈਠ ਕੇ ਸਾਰੀਆਂ ਲਾਲਟੈਨਾਂ ਦੀਆਂ ਚਿਮਨੀਆਂ ਸਾਫ਼ ਕਰਨੀਆਂ, ਵੇਖਣਾ ਸਭ ਠੀਕ ਹੈ। ਲਾਲਟੈਨਾਂ ਤੇ ਰਾਹ ਵਿੱਚ ਅਤੇ ਇੱਧਰ ਉੱਧਰ ਧਰੀਆਂ ਹੋਣੀਆਂ, ਜਿਹਨੇ ਲੰਘਣਾ ਕਰਨਾ ਲੈ ਕੇ ਜਾਣੀ ਹੈ ਲੈ ਜਾਓ। ਕਮਰਿਆਂ ਦੇ ਵਿੱਚ ਲੈਂਪ ਜਿਹੜੇ ਸੀਗੇ ਉਹ ਸਾਰੇ ਸਾਫ਼ ਕੀਤੇ ਜਾਂਦੇ। ਵਰਾਂਡੇ ਦੇ ਵਿੱਚ ਗੈਸ ਲੱਗਿਆ ਹੋਇਆ ਸੀਗਾ, ਉਹ ਮਤਲਬ ਲੱਗਦਾ, ਯਾਨੀ ਕਿ ਜੋ ਕਮੀ ਇਲੈਕਟ੍ਰਿਸਿਟੀ ਦੇ ਨਾ ਹੋਣ ਦੇ ਨਾਲ ਸੀਗੀ ਕਿ ਅਸੀਂ ਉਹ ਚੀਜ਼ਾਂ ਉਦੋਂ ਹੈ ਹੀ ਨਹੀਂ ਸਨ ਕਿ ਵੀ ਉਹ ਕੋਈ ਟੀ ਵੀ ਵੇਖਣੀ ਜਾਂ ਕੁਛ ਵੇਖਣਾ। ਤਾਂ ਰਿਕਾਰਡ ਵਗੈਰਾ ਹੁੰਦੇ ਸੀਗੇ,
ਉਹ ਰਿਕਾਰਡ ਪਲੇਅਰ 'ਤੇ ਉਹਦੇ ਸਾਹਮਣੇ ਜਿਵੇਂ ਪੁਰਾਣੇ ਹੁੰਦੇ ਸੀਗੇ ਲੱਗਿਆ ਹੋਇਆ ਧੂਤ ਵਿਚਾਰ, ਅਤੇ ਉਹਦੇ 'ਤੇ ਉਹ ਅਸੀਂ ਤਾਂ ਛੋਟੀਆਂ ਸੀਗੀਆਂ, ਜਦੋਂ ਮੇਰੇ ਬ੍ਰਦਰ ਆਉਂਦੇ ਹੁੰਦੇ ਸੀ ਅਤੇ ਉਹਨਾਂ ਨੇ ਫਿਰ ਉਹ ਲਗਾ ਕੇ ਕੋਈ ਨਾ ਕੋਈ ਰਿਕਾਰਡ ਉਸ 'ਤੇ ਚਲਾਉਂਦੇ ਹੁੰਦੇ ਸੀਗੇ। ਤੇ ਤੁਸੀਂ ਕਿੰਨੇ ਭੈਣ ਭਰਾ ਸੀਗੇ ਜੀ? ਜੀ ਵੱਡੇ ਤਾਂ ਮਤਲਬ ਬ੍ਰਿਗੇਡੀਅਰ ਸਾਹਿਬ ਵੀ ਸੀਗੇ, ਉਹਨਾਂ ਦੇ ਮਤਲਬ 2 ਸਿਸਟਰਸ ਪਹਿਲਾਂ ਡੈਥ ਹੋ ਚੁੱਕੀ ਸੀ ਜੀ। ਅਤੇ ਫਿਰ ਅਸੀਂ 3 ਭੈਣਾਂ ਮੇਰੀ ਮਦਰ 'ਚੋਂ ਸੀ। ਵੱਡੇ ਜਿਹੜੇ ਸੀਗੇ ਉਹ ਹਾਰਡਿੰਗ 'ਚ ਪੜ੍ਹੇ, ਡਾਕਟਰ ਬਣੇ। ਅੱਛਾ। ਇਨਫੈਕਟ ਉਹ ਜਦੋਂ ਪਾਕਿਸਤਾਨ ਤੋਂ ਅਸੀਂ ਆਏ ਹਾਂ ਅਤੇ ਭੈਣ ਜੀ 10ਵੀਂ 'ਚ ਸੀਗੇ, ਅਤੇ ਕੁਛ ਪੇਪਰ ਉੱਥੇ ਦੇ ਲਏ ਸੀਗੇ ਅਤੇ ਕੁਛ ਮਤਲਬ ਇਹ ਵੀ ਰਹਿੰਦੇ ਸੀਗੇ। ਸੋ ਇੱਥੇ ਆ ਕੇ ਫਿਰ ਇਹ ਹੋਇਆ ਵੀ ਸੋਸ਼ਲ ਵਰਕ ਕਰੋ ਅਤੇ ਤਾਂ ਤੁਹਾਨੂੰ ਡਿਗਰੀ ਮਿਲੇਗੀ। ਸੋਸ਼ਲ ਵਰਕ ਤੋਂ ਬਾਅਦ ਡਿਗਰੀ ਮਿਲ ਗਈ ਅਤੇ ਪਾਪਾ ਜੀ ਨੇ ਕਿਹਾ ਵੀ ਇੱਥੇ ਤਾਂ ਹੁਣ ਫਿਰ ਬੀਬਾ ਕਾਲਜ ਵਿੱਚ ਦਾਖਲ ਹੋ ਜਾਓ। ਉਦੋਂ ਕਾਲਜ ਦਾ ਨਾਮ ਰਣਧੀਰ ਕਾਲਜ ਹੀ ਸੀਗਾ, ਅਤੇ ਰਣਧੀਰ ਕਾਲਜ ਹੁਣ ਮੈਂ ਪਿੱਛੇ ਕੁਝ ਸਾਲ ਹੋਏ ਆਪਣੇ ਗ੍ਰੈਂਡ ਚਿਲਡਰਨ ਨੂੰ ਲੈ ਕੇ ਗਈ ਸੀ। ਉਹ ਕਿਉਂਕਿ ਕਪੂਰਥਲਾ ਵਿੱਚ ਅਸੀਂ ਸੀਗੇ ਅਤੇ ਕਪੂਰਥਲੇ ਦੀ ਜਿਹੜਾ ਬਹੁਤ ਜ਼ਿਆਦਾ ਮਤਲਬ ਇਹ ਵੀ ਉੱਥੇ ਆਰਟ ਦਾ ਅਤੇ ਹੋਰ ਪੈਰਿਸ ਟਾਈਪ ਦੀਆਂ ਚੀਜ਼ਾਂ ਉਹਨੇ ਰਾਜੇ ਨੇ ਆਪਣੇ ਉੱਥੇ ਸਾਰੇ ਬਣਾਈਆਂ ਹੋਈਆਂ ਸੀਗੀਆਂ, ਅਤੇ ਉੱਥੇ ਮਤਲਬ ਇਹ ਵੀ ਲੈ ਕੇ ਗਈ। ਅਤੇ ਮਤਲਬ ਉਦੋਂ ਰਿਅਲਾਈਜ਼ ਕੀਤਾ ਕਿ ਜਦੋਂ ਪਾਪਾ ਜੀ ਹੁਣੀ ਅਸੀਂ ਪਾਕਿਸਤਾਨ ਤੋਂ ਵੀ ਆਏ ਹਾਂ ਅਤੇ ਸ਼ਹਿਰ ਦੇ ਵਿੱਚ 1-2 ਕਾਰਾਂ ਸੀਗੀਆਂ, ਬਾਕੀ ਰਾਜੇ ਦੀਆਂ ਸੀਗੀਆਂ, ਪਰ ਪਰਸਨਲ ਲੋਕਾਂ ਦੀਆਂ ਬਹੁਤ ਥੋੜ੍ਹੀਆਂ ਸੀਗੀਆਂ। ਪਰ ਸਾਨੂੰ ਜ਼ਮੀਨ ਅਲਾਟ ਹੋਈ, ਬੜੀਆਂ ਮਤਲਬ ਇਹ ਵੀ ਮੁਸ਼ਕਿਲਾਂ ਨਾਲ ਸਾਰੇ ਜਿਹੜੇ ਕਲੇਮ ਭਰੇ ਗਏ ਸਭ ਕੁਛ। ਅਤੇ ਮੇਰੇ ਫੁੱਫੜ ਜੀ ਸੀਗੇ, ਉਹ ਸੀਗੇ ਉੱਥੇ ਆਪਣੇ ਫੁੱਫੜ ਜੀ ਜਿਹੜੇ ਸੀਗੇ ਉਹ ਤਾਂ ਸੀਗੇ ਉਹਦਾ ਡਸਕਾ ਹੈ। ਹਾਂ, ਡਸਕੇ ਵਾਲੇ। ਇਹ ਡਸਕੇ ਵਾਲੇ ਫੁੱਫੜ ਜੀ ਜਿਹੜੇ ਸੀ, ਇਹਨਾਂ ਦਾ ਬੇਟਾ ਸਰਦਾਰ ਜਿਹੜੇ ਸੀ ਸ਼ਿਵਦੇਵ ਸਿੰਘ, ਸਰਦਾਰ ਸ਼ਿਵਦੇਵ ਸਿੰਘ, ਉਹ ਹੈ ਤਾਂ ਹਾਣਦੇ ਸੀਗੇ ਪਾਪਾ ਜੀ ਦੇ, ਪਰ ਪਾਪਾ ਜੀ ਮਾਮਾ ਸੀਗੇ ਅਤੇ ਇਸ ਕਰਕੇ ਬਹੁਤ ਮਤਲਬ ਇਹਨਾਂ ਦਾ ਮਾਣ ਇੱਜ਼ਤ ਕਰਦੇ ਹੁੰਦੇ ਸੀ। ਅਤੇ ਜੋ ਕੁਛ ਕੰਮ ਹੁੰਦਾ ਸੀਗਾ ਇਹ ਕਲੇਮਾਂ ਦੇ ਵਿੱਚ ਅਤੇ ਇੱਧਰ ਉੱਧਰ, ਤਾਂ ਉਹਨਾਂ ਨੇ ਉੱਥੋਂ ਦਿੱਲੀਓਂ ਉਹਨੂੰ ਫੋਲੋ ਕਰਨਾ ਸਭ ਕੁਛ। ਉਹ ਜਿਹੜੇ ਸੀਗੇ ਭਾਜੀ ਸ਼ਿਵਦੇਵ ਸਿੰਘ ਜਿਹੜੇ ਸੀਗੇ, ਉਹ ਉੱਥੋਂ ਦੇ ਜਦੋਂ ਨਵੀਂ ਦਿੱਲੀ ਬਣੀ ਹੈ ਅਤੇ ਜਿਹੜੇ ਵੱਡੇ ਵੱਡੇ ਠੇਕੇਦਾਰ ਸੀ ਉਹਨਾਂ ਦੇ ਵਿੱਚੋਂ ਸੀਗੇ, ਔਰ ਨੋਨ ਫਿਗਰ ਸੀਗੇ ਉੱਥੇ। ਬਿਲਕੁਲ। ਅਤੇ ਸਰਦਾਰ ਮੰਗਲ ਸਿੰਘ ਦੇ ਅਤੇ ਸਰਦਾਰ ਖੁਸ਼ਵੰਤ ਸਿੰਘ ਦੇ ਬਜ਼ੁਰਗ ਜਿਹੜੇ ਸੀ ਉਹਨਾਂ, ਇਹ ਸਾਰੇ ਉੱਥੋਂ ਦੇ ਵੱਡੇ ਵੱਡੇ ਠੇਕੇਦਾਰ ਸੀਗੇ ਨਿਊ ਦਿੱਲੀ ਬਣਾਉਣ ਦੇ ਵਿੱਚ। ਅਤੇ ਉਸ ਕਰਕੇ ਇਹਨਾਂ ਦੀਆਂ ਕੋਠੀਆਂ ਵੀ ਉੱਥੇ ਸਾਰੀਆਂ ਸੀਗੀਆਂ, ਔਰ ਉਹਨਾਂ ਦਾ ਇੱਜ਼ਤ ਮਾਣ ਕਰਨਾ, ਪਿਆਰ ਇਹ ਵੀ ਬਹੁਤ ਸੀ। ਔਰ ਇੱਥੋਂ ਤੱਕ ਕਿ ਜਦੋਂ ਮੇਰੇ ਫਾਦਰ ਜ਼ਿਆਦਾ ਬਿਮਾਰ ਇਨਫੈਕਟ ਹੋ ਗਏ ਅਤੇ ਉੱਥੇ ਕਪੂਰਥਲੇ ਅਸੀਂ ਆ ਗਏ ਸੀ ਆਫਟਰ ਪਾਰਟੀਸ਼ਨ, ਅਤੇ ਉੱਥੇ ਜਿਹੜਾ ਫੈਮਿਲੀ ਡਾਕਟਰ ਸੀਗਾ ਉਹ ਉਹਨਾਂ ਨੂੰ ਨਾਲ ਲੈ ਕੇ ਜਲੰਧਰ ਗਿਆ ਵੀ ਮੈਂ ਉੱਥੇ ਸਰਦਾਰ ਸਾਹਿਬ ਨੂੰ ਉੱਥੇ ਦਿਖਾ ਕੇ ਲਿਆਉਣਾ। ਅਤੇ ਫਿਰ ਆ ਕੇ ਉਹਨੇ ਕਿਹਾ ਕਿ ਨਹੀਂ, ਇਹਨਾਂ ਨੂੰ ਤਾਂ ਦਿੱਲੀ ਲਿਜਾਣਾ ਪਏਗਾ। ਅਤੇ ਮੇਰੀ ਸਿਸਟਰ ਉਦੋਂ ਹਾਰਡਿੰਗ ਵਿੱਚ ਸੀਗੀ, ਅਤੇ ਉਦੋਂ ਫਿਰ ਮਤਲਬ ਅਸੀਂ ਪਾਪਾ ਜੀ ਨੂੰ ਦਿੱਲੀ ਲੈ ਕੇ ਗਏ ਸੀਗੇ। ਅਤੇ ਪਾਪਾ ਜੀ ਦੀ ਡੈਥ ਉੱਥੇ ਅਰੁਣ ਹਸਪੀਟਲ 'ਚ ਹੋਈ ਸੀਗੀ, ਅਤੇ ਉਹਨਾਂ ਦੀ ਡੈਥ ਈਵਨਿੰਗ 'ਚ ਤਕਰੀਬਨ ਹੋਈ ਸੀ। ਅਤੇ ਭਾਜੀ ਸ਼ਿਵਦੇਵ ਸਿੰਘ ਆਪਣੀ ਮਿਸਿਸ ਨੂੰ ਗਰਮੀ ਦੇ ਵਿੱਚ ਹਮੇਸ਼ਾ ਲੈ ਜਾਂਦੇ ਸਨ ਪਹਾੜ 'ਤੇ। ਉਹਨਾਂ ਨੇ
ਬਹੁਤ ਜ਼ਿਆਦਾ ਉਹਨਾਂ ਦਾ ਖਿਆਲ ਰੱਖਦੇ ਸੀ, ਪਰ ਉਹ ਸਭ ਦਾ ਹੀ ਰੱਖਦੇ ਸੀਗੇ ਜੀ। ਇੱਥੋਂ ਉਹਨਾਂ ਦੇ ਬੇਟੇ ਨੇ ਫੋਨ ਕੀਤਾ ਉਹਨਾਂ ਨੂੰ, ਅਤੇ ਨਾਲੇ ਉਹਨਾਂ ਦੀ ਬੇਟੀ ਜਿਹੜੀ ਸੀਗੀ ਉਹ ਵੀ ਸਾਡੇ ਕੋਲ ਨਾਲ ਹੀ ਸੀਗੀ, ਹਰ ਥਾਂ 'ਤੇ ਦਵਾਈ ਲੈਣ ਜਾਣਾ, ਮੇਰੀ ਸਿਸਟਰ ਨੇ ਕੁਛ ਹੈ, ਅਤੇ ਨਾਲ ਉਹਨੇ ਹਰ ਇੱਕ ਚੀਜ਼ ਥਾਂ 'ਤੇ ਜਾਣਾ। ਅਤੇ ਉਹ ਮਤਲਬ ਜਿਹੜੇ ਮਤਲਬ ਸੀਗੇ, ਮਤਲਬ ਡਾਕਟਰ ਸਾਹਿਬ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਦਿੱਲੀ ਲੈ ਕੇ ਜਾਓ। ਅਤੇ ਦਿੱਲੀ ਫਿਰ ਹਾਰਡਿੰਗ 'ਚ ਭੈਣ ਜੀ ਨੂੰ ਕੀਤਾ ਫੋਨ ਕਿ ਬਈ, ਫੋਨ ਵੀ ਉਦੋਂ ਇਹ ਨਹੀਂ ਸੀਗੇ ਕਿ ਤੁਸੀਂ ਕਿਸੇ ਦੇ, ਅੱਜ ਕੱਲ੍ਹ ਹਰ ਕਿਸੇ ਕੋਲ ਟੈਲੀਫੋਨ ਹੈ, ਉਦੋਂ ਹਾਰਡਿੰਗ ਦੇ ਉੱਥੇ ਫੋਨ ਕੀਤਾ ਜਾਂਦਾ ਸੀ, ਉਹ ਜਾ ਕੇ ਲੱਭ ਕੇ ਬੁਲਾ ਕੇ ਲਿਆਉਂਦੇ ਸਨ, ਜਿਹਦੇ ਵਾਸਤੇ ਫੋਨ ਹੁੰਦਾ ਸੀਗਾ। ਅਤੇ ਉਹ ਭੈਣ ਜੀ ਨੂੰ ਲੈ ਕੇ ਆਏ, ਜਦੋਂ ਦੱਸਿਆ ਭੈਣ ਜੀ ਕਹਿੰਦੇ ਮੈਂ ਸਵੇਰੇ ਪਹਿਲੀ ਟ੍ਰੇਨ 'ਤੇ ਹੀ ਆ ਰਹੀ ਹਾਂ, ਫਿਰ ਉਹ ਚਲੇ ਗਏ ਸੀ, ਲੈ ਕੇ ਆਏ। ਪਰ ਮੈਂ ਗੱਲ ਕਰ ਰਹੀ ਸੀ ਵੀ ਸ਼ਾਮ ਨੂੰ ਡੈਥ ਹੋਈ ਸੀਗੀ, ਅਤੇ ਜਦੋਂ ਇਹਨਾਂ ਨੇ, ਉਹਨਾਂ ਦੀ ਬੇਟੀ ਨੇ ਅਤੇ ਬੇਟੇ ਨੇ ਭਾਜੀ ਸ਼ਿਵਦੇਵ ਸਿੰਘ ਨੂੰ ਇਹ ਦੱਸਿਆ ਕਿ ਉਹ ਗੁਜ਼ਰ ਗਏ ਨੇ, ਅਤੇ ਉਹਨਾਂ ਨੇ ਉਦੋਂ ਹੀ ਕਿਹਾ ਉਹ ਹਸਪਤਾਲ 'ਚ ਨਹੀਂ, ਮਤਲਬ ਇਹ ਉੱਥੇ ਰੱਖਣਾ ਉਹਨਾਂ ਨੂੰ, ਉਹ ਉਹਨਾਂ ਨੂੰ ਘਰ ਲੈ ਕੇ ਆਓ, ਘਰ, ਇਹ ਉਹਨਾਂ ਦੀ ਭੈਣ ਦਾ ਘਰ ਹੈ। ਅਤੇ ਅਸੀਂ ਯਾਦ ਹੈ ਕਿ ਉੱਥੋਂ ਉਹਨਾਂ ਨੂੰ ਲਿਆ ਕੇ, ਅਤੇ ਇਹਨਾਂ ਦੀ ਹੇਲੀ ਰੋਡ 'ਤੇ ਕੋਠੀ ਹੁੰਦੀ ਸੀਗੀ, ਉੱਥੇ ਹੇਲੀ ਰੋਡ ਵਾਲੀ ਕੋਠੀ 'ਤੇ ਪਾਪਾ ਜੀ ਦੀ ਬੋਡੀ ਲਿਆਂਦੀ ਗਈ, ਉੱਥੇ ਰਹੇ, ਉੱਥੋਂ ਹੀ ਸੰਸਕਾਰ ਕਰਨ ਗਏ ਸੀ। ਯਾਨੀ ਕਿ ਉਦੋਂ ਆਪਣੇ ਰਿਸ਼ਤਿਆਂ ਦੇ ਵਿੱਚ ਇੰਨੀ ਸਾਂਝ, ਇੰਨਾ ਪਿਆਰ ਸੀਗਾ ਕਿ ਮਤਲਬ ਪੂਰਾ ਹਰ ਇੱਕ ਚੀਜ਼ ਦਾ ਮਾਣ ਦਿੱਤਾ ਜਾਂਦਾ ਸੀ ਕਿ ਵੱਡੇ। ਉੱਥੋਂ ਹੀ ਮੇਰੇ ਦੂਜੇ ਭੂਆ ਜੀ ਸੀਗੇ, ਫਿਰ ਲੋਕ ਵਿਆਹੇ ਹੋਏ ਸੀਗੇ।